ठीक है, रेडी हो? Thank you, Jesus. बच्चे ने पढ़ो। Thank you, Lord Jesus. Hallelujah. Thank you, Jesus. आमीन। सब बोले हालेलुया। एक जना होर प्रार्थना करो, अलका ने मिलकर प्रार्थना करेंगे बच्चन दे लिए। Thank you, Jesus. Thank you, Father. ਤੁਸੀਂ ready ਹੋ? Thank you. Yes, Father. आमीन। सब बोलिए हालेलुया। ਸਾਡੇ ਵਿੱਚ परमेश्वर ਦੀ ਦਾਸੀ ਪਹੁੰਚ ਚੁੱਕੇ ਨੇ ਆਨਲਾਈਨ ਦੇ ਮਾਧਿਅਮ ਦੇ ਦੁਆਰਾ ਔਰ ਇਹਨਾਂ ਨੇ ਬਹੁਤ ਖੁਦਾ ਦਾ ਕੰਮ ਕਰ ਰਹੇ ਨੇ ਬੀਤੇ ਸਮੇਂ ਦੇ ਵਿੱਚੋਂ परमेश्वर ने चुनिया इन्हों और अभिषेक के नाल इस्तेमाल कर रहे हैं और आइए आप ताली बजा के इन्हों स्वागत करांगे। Thank you. Hallelujah. स्वागत करांगे। Hallelujah. Praise God. Jai Masidi. Good morning. Jai Masidi. Jai Masidi. Jai Masidi.
I'm so privileged. मतलब एक और आवाज ठीक है? सही आ रही है, ठीक है। Okay. मैं एक गूंज रही आवाज। गूंज रही है। ਮੈਨੂੰ ਫਿਰ 2 ਮਿੰਟ ਲੱਗਣਗੇ ਸੈਟਿੰਗ ਕਰ ਦੇਣਾ। Okay. Okay. ਸ਼ੈਤਾਨ ਨੂੰ ਵੀ ਅੱਗ ਲੱਗਦੀ ਹੈ ਨਾ ਜਦੋਂ ਰੱਬ ਦਾ ਕੰਮ ਹੁੰਦਾ। Holy Spirit, your presence. Holy Spirit, I praise you, glorify you. Technology will work in Jesus' name. All the computer system technology will work in Jesus' name. No weapon formed against us will prosper. Any tongue rises against us in judgment. Thank you, Jesus. Thank you, Jesus. ਹੁਣ ਕਲੀਅਰ ਆ ਰਹੀ ਹੈ ਆਵਾਜ਼? ਹਾਂ। Hallelujah. Hallelujah. ਹਾਂਜੀ ਹਾਂਜੀ ਹੁਣ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ but ਗੂੰਜ ਨਹੀਂ ਰਹੀ। ਤੁਹਾਨੂੰ ਮੇਰੀ ਆਵਾਜ਼ ਤੁਹਾਡੀ ਆਵਾਜ਼ ਸਾਨੂੰ ਬਿਲਕੁਲ ਕਲੀਅਰ ਆ ਰਹੀ ਹੈ। ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ? ਹਾਂ ਹੁਣ ਤੁਹਾਡੀ ਆ ਰਹੀ ਹੈ ਸਿਰਫ। ਹਾਂ ਓਕੇ ਦੈਟਸ ਫਾਈਨ। ਗੂੰਜ ਨਹੀਂ ਰਹੀ ਪਹਿਲੇ ਵਾਂਗ। ਓਕੇ ਠੀਕ ਹੈ। ਚਲੋ ਸ਼ੁਰੂ ਕਰੀਏ ਆਪਾਂ ਪਰਮੇਸ਼ਰ ਦਾ ਪ੍ਰਚਾਰ। ਤਾਲੀ ਵਜਾ ਕੇ ਸਵਾਗਤ ਕਰਾਂਗੇ। Praise God, praise God. Good morning. ਜੈ ਮਸੀਹ ਦੀ। ਤੁਹਾਨੂੰ ਚਰਚ ਵਿੱਚ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਤੇ ਮੈਂ ਬਹੁਤ ਪ੍ਰਿਵਿਲੇਜਡ ਹਾਂ ਤੇ ਮੈਨੂੰ ਇੱਕ ਹੋਰ ਵਾਰੀ ਮੌਕਾ ਮਿਲਿਆ ਤੁਹਾਨੂੰ ਮੈਂ ਆਪਣੇ ਭੈਣ ਭਰਾਵਾਂ ਨੂੰ ਮਿਲ ਸਕਾਂ ਤੇ ਪਰਮੇਸ਼ਵਰ ਦਾ ਬਚਨ ਮੈਂ ਤੁਹਾਡੇ ਅੱਗੇ ਰੱਖ ਸਕਾਂ। ਬਿਫੋਰ ਮੈਂ ਸਟਾਰਟ ਕਰਾਂ ਮੈਂ ਪਹਿਲੇ ਇੱਕ ਕਲੀਸਿਆ ਨੂੰ ਲਵ ਆਫ ਦ ਕ੍ਰਾਈਸਟ ਚਰਚ ਨੂੰ ਮੈਂ ਧੰਨਵਾਦ ਦਿੰਦੀ ਹਾਂ ਤੇ ਇਸ ਨੂੰ ਮਨਾਉਂਦੀ ਹਾਂ ਸੈਲੀਬ੍ਰੇਟ ਕਰਦੀ ਹਾਂ। ਮੈਂ ਪਾਸਟਰ ਕਮਲਜੀਤ ਜੀ ਤੇ ਰਾਜਦੀਪ ਨੂੰ ਮੈਂ ਬਹੁਤ ਬਹੁਤ ਸੈਲੀਬ੍ਰੇਟ ਕਰਦੀ ਹਾਂ ਐਂਡ ਅਪੋਸਟਲ ਪ੍ਰੀਤਮ ਜੀ ਤੇ ਆਸ਼ਾ ਜੀ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤਾੜੀ ਮਾਰ ਕੇ ਉਹਨਾਂ ਦੀ ਪ੍ਰਸ਼ੰਸਾ ਕਰੋ। ਮੈਂ ਦੇਖ ਲਿਆ ਤੁਹਾਨੂੰ ਤੁਸੀਂ ਪਿੱਛੇ ਬੈਠੇ ਹੋਏ ਹੋ। ਆਸ਼ਾ ਜੀ ਥੈਂਕ ਯੂ ਗॉड ਬਲੈਸ ਯੂ। ਤੁਸੀਂ ਇੰਨਾ ਅੱਛਾ ਕੰਮ ਵੱਡਾ ਕਰ ਰਹੇ ਹੋ। ਇੰਨਾ ਸੋਹਣਾ ਚਰਚ ਬਣਾਇਆ ਤੁਸੀਂ। ਗॉड ਬਲੈਸ ਯੂ। ਓਕੇ ਮੇਰਾ ਇੰਟਰੋਡਕਸ਼ਨ ਲਾਸਟ ਟਾਈਮ ਹੋ ਗਿਆ ਸੀ। ਮੈਂ ਫਿਰ ਦੁਬਾਰਾ ਜਿਹੜੇ ਲੋਕੀ ਅੱਜ ਪਹਿਲੀ ਵਾਰੀ ਆਏ ਨੇ ਉਹਨਾਂ ਨੂੰ ਮੈਂ ਦੱਸਾਂ ਮੈਂ 35 ਸਾਲ ਪਹਿਲੇ ਅਮਰੀਕਾ ਦੇ ਵਿੱਚ ਆਈ ਸੀ ਤੇ ਮੈਂ ਇੱਕ ਸਿੱਖ ਫੈਮਿਲੀ ਵਿੱਚੋਂ ਆ। ਮੈਂ ਕੁਝ ਸਾਲ ਪਹਿਲੇ ਯਿਸੂ ਮਸੀਹ ਨੂੰ ਐਕਸੈਪਟ ਕੀਤਾ ਸੀ। ਮੇਰੇ ਡੈਡੀ ਤੇ ਮੇਰੇ ਹਸਬੈਂਡ ਪਗੜੀ ਪਾਉਂਦੇ ਸਨ। ਮੈਂ ਇੱਕ ਸਿੱਖ ਸਰਦਾਰਨੀ ਹੈਗੀ ਆ ਤੇ ਮੈਂ 3 ਮਹੀਨੇ ਤੋਂ ਮੈਂ ਪੰਜਾਬੀ ਸਿੱਖ ਰਹੀ ਹਾਂ ਤੇ ਮੈਂ ਕੋਸ਼ਿਸ਼ ਕਰਾਂਗੀ ਮੈਂ ਇੰਗਲਿਸ਼ ਤੇ ਪੰਜਾਬੀ ਦੋਨਾਂ ਵਿੱਚ ਮੈਂ ਪ੍ਰਚਾਰ ਕਰਾਂ ਤੇ ਤੁਹਾਨੂੰ ਸਮਝ ਆ ਜਾਏਗੀ। ਇੱਥੇ ਕੋਈ ਪੰਜਾਬੀ ਬੋਲਣ ਵਾਲਾ ਨਹੀਂ ਹੈ। ਮੈਂ ਬਸ YouTube ਵਗੈਰਾ ਤੋਂ ਸਿੱਖ ਰਹੀ ਹਾਂ। ਸੋ ਯੂ ਵਿਲ ਨੋ। ਤੇ ਮੇਰੀ ਇੱਕ ਬੇਟੀ ਹੈ ਤੇ ਮੇਰੇ 3 ਗ੍ਰੈਂਡ ਚਿਲਡਰਨ ਨੇ ਇੱਥੇ ਤੇ ਪ੍ਰੇਜ਼ ਗॉड। ਤੁਸੀਂ ਬਾਈਬਲ ਲੈ ਕੇ ਆਏ ਹੋ? ਤੁਸੀਂ ਬਾਈਬਲ ਲੈ ਕੇ ਆਏ ਹੋ? ਤੁਸੀਂ ਵੇਵ ਕਰੋ। ਤੁਸੀਂ ਖੜੇ ਹੋ ਸਕਦੇ ਹੋ? ਖੜੇ ਹੋ ਸਕਦੇ ਹੋ? ਬਾਈਬਲ ਲੈ ਕੇ ਤੁਸੀਂ ਵੇਵ ਕਰੋ। ਥੈਂਕ ਯੂ। ਅਗਰ ਖੜੇ ਹੋ ਸਕਦੇ ਹੋ ਤੇ ਖੜੇ ਹੋਵੋ। ਨਹੀਂ ਖੜੇ ਹੋ ਸਕਦੇ ਤੇ ਦੈਟਸ ਫਾਈਨ। ਇਸ ਤਰ੍ਹਾਂ ਵੇਵ ਕਰੋ ਤੇ ਬੋਲੋ ਇਹ ਮੇਰੀ ਬਾਈਬਲ ਹੈ। ਇਸ ਬਾਈਬਲ ਵਿੱਚ ਪਰਮੇਸ਼ਵਰ ਨੇ ਮੇਰੇ ਨਾਲ ਸਿੱਧੀ ਗੱਲ ਕੀਤੀ ਹੈ। ਪਰਮੇਸ਼ਵਰ ਨੇ ਦੱਸਿਆ ਮੈਂ ਕੌਣ ਹਾਂ। ਮੈਂ ਕੀ ਕਰ ਸਕਦਾ ਹਾਂ। ਮੈਨੂੰ ਕੀ ਮਿਲ ਸਕਦਾ ਹੈ।
मैं कबूल करदा हां कि मैं चर्च आउंदा हां या आउंदी हां जब मैं चर्च आउंदी हां ते बाइबल पढ़दा हां मेरे कोल ओ सब कुछ होवेगा जो बाइबल कहती है नरक दी कोई ताकत नरक दी कोई ताकत मेरे कोल नहीं आ सकती प्रेज गॉड ताड़ियां मार के परमेश्वर दी प्रशंसा करो ते तुसी बैठ जाओ सारे बैठ जाओ God, praise God. मैं ਅਸੀਂ ਯਿਸੂ ਮਸੀਹ ਦੇ ਨਾਮ ਨੂੰ ਅਸੀਸ ਦਿੰਦੇ ਆ ਅਸੀਂ I am we bless you we lift you up high ਅਸੀਂ ਪ੍ਰਭੂ ਜੀ ਦਾ ਧੰਨਵਾਦ ਕਰਦੇ ਆ ਜੋ ਉਹ ਸਾਡੇ ਵਿੱਚ ਕਰ ਰਹੇ ਹਨ ਤੇ ਅਸੀਂ ਚਰਚ ਵਿੱਚ ਤੁਸੀਂ ਜਿੰਨੇ ਵੀ ਚਰਚ ਵਿੱਚ ਆਏ ਹੋ ਮੈਂ ਤੁਹਾਡਾ ਸਵਾਗਤ ਕਰਦੀ ਆ ਜਿਹੜੇ ਇਸ ਕਲੀਸਿਆ ਦੇ ਮੈਂਬਰ ਨੇ ਤੇ ਜਿਹੜੇ ਇਸ ਕਲੀਸਿਆ ਦੇ ਮਿਨਿਸਟਰੀ ਵਿੱਚ ਨੇ ਪਵਿੱਤਰ ਆਤਮਾ ਤੁਹਾਨੂੰ ਤਿਆਰ ਕਰ ਰਹੀ ਹੈ ਜਿਹੜੇ ਤਿਆਰ ਹੋਣਾ ਚਾਹੁੰਦੇ ਨੇ ਉਹ ਆਪਣੇ ਧੀਆਂ ਪੁੱਤਰ ਨੂੰ ਨੈਕਸਟ ਲੈਵਲ ਤੇ ਲੈ ਕੇ ਜਾ ਰਹੀ ਹੈ ਉਹਨਾਂ ਨੂੰ ਆਜ਼ਾਦ ਕਰ ਰਹੀ ਹੈ ਤੇ ਮੈਂ ਲਾਸਟ ਮੰਥ ਪਾਸਟਰ ਮੀਟਿੰਗ ਵੀ ਸੀ ਤੇ ਉੱਥੇ ਸਭ ਕੁਝ ਬਹੁਤ ਅੱਛਾ ਹੋਇਆ ਲੇਕਿਨ ਸਭ ਤੋਂ ਅੱਛੀ ਗੱਲ ਮੈਨੂੰ ਲੱਗੀ ਕਿ ਹੁਣ ਉਹ ਜਿਹੜੀ ਪ੍ਰੀਚਿੰਗ ਕਰਦੇ ਸਨ ਪਹਿਲੇ ਉਹ ਛੱਡ ਕੇ ਤੇ ਹੁਣ ਖੁਸ਼ਖਬਰੀ ਦਾ ਐਲਾਨ ਦਾ ਪ੍ਰਚਾਰ ਕਰ ਰਹੇ ਨੇ ਪਰਮੇਸ਼ਵਰ ਨੇ ਕਿਹਾ ਖੁਸ਼ਖਬਰੀ ਦਾ ਜਾ ਕੇ ਪ੍ਰਚਾਰ ਕਰੋ ਤਾਂ ਸਾਨੂੰ ਮਹਾਨ ਆਦੇਸ਼ ਦਿੱਤਾ ਹੁਣ ਉਹਦੇ ਉੱਤੇ ਪ੍ਰਚਾਰ ਕਰਨਾ ਸ਼ੁਰੂ ਕਰ ਰਹੇ ਨੇ ਪਾਸਟਰਸ ਕਿਉਂਕਿ ਪਹਿਲੇ ਉਹ ਕਰਦੇ ਸਨ ਖੁਸ਼ਹਾਲੀ ਤੇ ਰੂਹ ਦਾ ਸ਼ਰਾਬ ਜਦੀ ਆਤਮਾ ਤੇ ਪੀੜੀ ਸ਼ਰਾਬ ਇਹੋ ਜਿਹਾ ਕੋਈ ਕਰਦੇ ਸਨ ਲੇਕਿਨ ਹੁਣ ਅਸਲੀ ਵਿੱਚ ਜੋ ਪਰਮੇਸ਼ਵਰ ਯਿਸੂ ਮਸੀਹ ਨੇ ਸਾਨੂੰ ਦੱਸਿਆ ਕਿ ਅਸੀਂ ਕੀ ਪ੍ਰਚਾਰ ਕਰਨਾ ਹੈ ਕੀ ਅਸੀਂ ਕਰਨਾ ਹੈ ਉਹ ਐਗਜ਼ੈਕਟਲੀ ਉਹ ਕਰਨਾ ਚਾਹੁੰਦੇ ਨੇ ਤੇ ਇਹ ਸਾਲ 2022 ਬਹੁਤ ਅੱਛਾ ਹੋਣ ਵਾਲਾ ਹੈ ਰਿਵਾਈਵਲ ਆ ਰਹੀ ਹੈ ਜਿੰਨੀ ਦੇਰ ਪਰਮੇਸ਼ਵਰ ਦੀ ਆਤਮਾ ਪਵਿੱਤਰ ਆਤਮਾ ਤੁਹਾਡੀ ਗਾਈਡ ਹੈ ਨਾ ਪਵਿੱਤਰ ਆਤਮਾ ਤੁਹਾਡੀ ਲੀਡਰ ਹੈ ਤੇ ਪਰਮੇਸ਼ਵਰ ਦੀ ਆਤਮਾ ਅਗਵਾਈ ਦੇ ਨਾਲ ਅਸੀਂ ਪਰਮੇਸ਼ਵਰ ਦੇ ਪੁੱਤਰ ਤੇ ਧੀਆਂ ਹੁੰਦੇ ਆ ਅਸੀਂ ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਨਾਲ ਚੱਲਦੇ ਆ ਤੇ ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਹੁੰਦੇ ਆ ਇਹ ਹੈਗਾ ਰੋਮਨਸ ਦੀ ਬੁੱਕ ਦੇ 8 ਤੇ 14 ਵਿੱਚ ਖੋਲਣ ਦੀ ਲੋੜ ਨਹੀਂ ਮੈਂ ਦੱਸ ਰਹੀ ਹਾਂ ਤੁਹਾਨੂੰ ਅਜੇ ਤੇ ਪਰਮੇਸ਼ਵਰ ਕੁਝ ਵੀ ਕਰਨ ਨੂੰ ਤਿਆਰ ਹੈ ਹਨਾ ਸਾਡੇ ਵਾਸਤੇ ਤੁਹਾਡੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੈ ਮਨੁੱਖ ਹਮੇਸ਼ਾ ਪਰਮੇਸ਼ਵਰ ਨੂੰ ਯੂਜ਼ ਕਰਦਾ ਆਇਆ ਸਾਨੂੰ ਧੀਆਂ ਪੁੱਤਰ ਦੋ ਪੈਸੇ ਦੋ ਕਾਰਾਂ ਦਿਓ ਖਾਣਾ ਦਿਓ ਘਰ ਦਿਓ ਅਸੀਂ ਮਨੁੱਖ ਹਮੇਸ਼ਾ ਪਰਮੇਸ਼ਵਰ ਨੂੰ ਯੂਜ਼ ਕਰਦਾ ਆਇਆ ਤੇ ਪਰਮੇਸ਼ਵਰ ਜੋ ਅਸੀਂ ਮੰਗਦੇ ਆ ਉਹ ਸਾਰਾ ਕੁਝ ਦਿੰਦੇ ਨੇ ਕਿਉਂਕਿ ਪਰਮੇਸ਼ਵਰ ਸਾਨੂੰ ਬਹੁਤ ਪਿਆਰ ਕਰਦੇ ਆ ਤੇ ਹੁਣ ਪਰਮੇਸ਼ਵਰ ਮਨੁੱਖ ਨੂੰ ਯੂਜ਼ ਕਰਨਾ ਚਾਹੁੰਦੇ ਨੇ ਜਦੋਂ ਮਨੁੱਖ ਪਰਮੇਸ਼ਵਰ ਨੂੰ ਯੂਜ਼ ਕਰਦਾ ਤੇ ਮਨੁੱਖ ਨੂੰ ਫਾਇਦਾ ਹੁੰਦਾ ਤੇ ਜਦੋਂ ਪਰਮੇਸ਼ਵਰ ਮਨੁੱਖ ਨੂੰ ਯੂਜ਼ ਕਰਦਾ ਤੇ ਸਵਰਗ ਨੂੰ ਫਾਇਦਾ ਹੁੰਦਾ ਪ੍ਰੇਜ਼ ਗॉड ਹੁਣ ਅਸੀਂ ਪ੍ਰੇ ਕਰਾਂਗੇ ਬਿਫੋਰ ਆਈ ਸਟਾਰਟ ਫਰਦਰ ਓਕੇ ਸਾਰੇ ਅੱਖਾਂ ਬੰਦ ਕਰਕੇ ਸਾਡੇ ਸਵਰਗੀ ਪਿਤਾ ਅਸੀਂ ਯਿਸੂ ਦੇ ਨਾਮ ਯਿਸੂ ਦੇ ਲਹੂ ਦੁਆਰਾ ਕਿਰਪਾ ਤੇ ਸਿੰਘਾਸਨ ਤੇ ਦਲੇਰੀ ਨਾਲ ਦਇਆ ਤੇ ਕਿਰਪਾ ਪ੍ਰਾਪਤ ਕਰਨ ਲਈ ਆਉਂਦੇ ਹਾਂ ਅਸੀਂ ਆਪਣੇ ਆਪ ਨੂੰ ਸਮਰਪਣ ਕਰਦੇ ਹਾਂ ਅਸੀਂ ਤੁਹਾਨੂੰ ਧੰਨਵਾਦ ਕਰਦੇ ਹਾਂ ਅਸੀਂ ਤੁਹਾਨੂੰ ਤੁਹਾਡੀ ਮਹਿਮਾ ਤੇ ਵਡਿਆਈ ਦਿੰਦੇ ਹਾਂ ਕਿ ਤੁਸੀਂ ਸਾਡੇ ਲਈ ਕੀ ਕੀਤਾ ਕੀ ਕਰ ਰਹੇ ਹੋ ਤੇ ਕੀ ਕਰਨ ਜਾ ਰਹੇ ਹੋ ਅਸੀਂ ਤੁਹਾਨੂੰ ਸਨਮਾਨ ਦਿੰਦੇ ਹਾਂ ਅਸੀਂ ਤੁਹਾਡੀ ਉਸਤਤ ਕਰਦੇ ਹਾਂ ਤੁਸੀਂ ਦਾਸੀ ਨੂੰ ਚੁਣਿਆ ਅਸੀਂ ਜਾਣਦੇ ਹਾਂ ਕਿ ਅੱਜ ਦੀ ਸੇਵਾਕਾਰੀ ਦੇ ਦੁਆਰਾ ਕਰੋੜਾਂ ਲੋਕਾਂ ਨੂੰ ਸਵਰਗ ਦਾ ਬਖਸ਼ੀਸ਼ ਹੋਵੇਗਾ ਅਸੀਂ ਯੂਕਰੇਨ ਦੇ ਯੁੱਧ ਨੂੰ ਖਤਮ ਹੋਣ ਲਈ ਪ੍ਰਾਰਥਨਾ ਕਰਦੇ ਹਾਂ ਪਵਿੱਤਰ ਆਤਮਾ ਅਸੀਂ ਤੁਹਾਡੀ ਮੌਜੂਦਗੀ ਦਾ ਧੰਨਵਾਦ ਅਤੇ ਪ੍ਰਸ਼ੰਸਾ ਕਰਦੇ ਹਾਂ
कोई अज इथों खाली नहीं जाएगा। यीशु के नाम विच मैं प्रार्थना करदी हां। आमेन आमेन आमेन। उच्ची बोलो आमीन। प्रेज गॉड। ये बहुत अच्छा दिन है, बहुत अच्छा दिन है। मैं जदों प्रे कर रही सी इस साल दे शुरू दे विच ते परमेश्वर होली स्पिरिट ने मैनू दस्या कि तुसी परमेश्वर दा हिस्सा होवोगे, तुसी परमेश्वर दा पावर देखोगे। ते किस तरह असी जो भी करदे हां असी परमेश्वर दी रीस करनी है, असी परमेश्वर दी कॉपी करनी है। सानू किस तरह कर सकते हैं? असी जिथे भी जाने हां, जो भी करते हैं, जिसनू भी मिलते हैं, जिथे भी असी जाने हां, असी परमेश्वर दे दूत बन के जाना है। असी अंबैसडर ऑफ गॉड हैगे हां। ते असी जदों असी ये दिखाना लोकां नू साडे विच परमेश्वर नजर आना चाहिए है। ते परमेश्वर ने क्या तुसी मार्कस की 16 ते 15 दे विच क्या कि तुसी जदों विश्वास ते नेचा ते बिलीव बैप्टाइज करदे हो ते तुसी परमेश्वर दे धीआं पुत्तर हो जांदे हो। तुहानू दलेरी ताकत ते अधिकार मिलदा है। ते हुण ओनू असी हुण ध्यान नाल सुनना, सानू असीसां नू ते चमत्कार नू ते शक्ति नू सानू वंडना है। यू नो अंडरस्टैंड करो। असी जदों असी चर्च आने हां ते तुसी कहंदे हो पास्टर जी मेरे वास्ते की है? नहीं, हुण तुसी परमेश्वर दे धीआं पुत्तर हो। तुसी जिथे भी जाओगे तुसी असीसां नू, शक्ति नू ते चमत्कार नू वंडना है। चमत्कार अविश्वासियां लई है, सानू ते मिल गया। असी जदों बैप्टाइज हो गए, असी धीआं पुत्तर हो गए, सानू ये सब कुछ मिल गया। लेकिन जिथे भी असी जांदे हां मसीह नू वंडना है, असी चमत्कार नू वंडना है, असी मसीह नू दर्शावना है। परमेश्वर दा हिस्सा चेहरा साडे विचों नजर आना चाहिए। ठीक है, ठीक है। परमेश्वर नू जदों कोई बंदा, कोई दूसरा आदमी सानू देखे ते ओ दस सके कि असी परमेश्वर दे, ये परमेश्वर दे बंदे ने। ये ना साडी चाल चलन, साडी बोलन दा ढंग, असी जो भी असी करदे आ ओदे विच परमेश्वर नू साडे विच ओ लोगां नू परमेश्वर नजर आना चाहिए। चर्च विच चर्च ने मसीह दे संदेश नू बदल दिता। मसीह दा स्नेहा नू चेंज करके मसीह ने की कीता करके ज्यादा प्रीचिंग हुंदी पई है हर जगह ते। हुण मैं तुहानू अच्छा मेरा टॉपिक है आज मसीह दा प्रकाश। कि मसीह दा प्रकाश। तां हो सकदा तुसी लोगां ने ये नवा वर्ड सिक्ख्या होवे कि मसीह दा प्रकाश, शायद पहले नहीं सुनिया होवे। मैं तुहानू ए नू दसदी हां कि ए की है। लेट्स गो टू गलेशियन दा पहला चैप्टर ते 12 वर्स। कोई पढ़ेगा? गलातियां दी पत्री ओदा पहला अध्याय ओदे 12 वचन तो पढ़ांगे असी। ਉਹ ਮੈਨੂੰ ਨਾ ਤਾਂ ਇਨਸਾਨ ਕੋਲੋਂ ਮਿਲੀ, ਨਾ ਹੀ ਮੈਂ ਸਿਖਾਇਆ ਗਿਆ, ਸਗੋਂ ਉਹ ਯੀਸ਼ੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ। ਹਾਂ, ਤੇ ਇਹ ਪੌਲਸ ਸੰਤ ਪੌਲਸ ਇਹ ਕਹਿ ਰਹੇ ਨੇ ਕਿ ਮੈਨੂੰ ਇਹ ਆਦਮੀਆਂ ਤੋਂ ਨਹੀਂ ਮਿਲਿਆ, ਨਾ ਮੈਨੂੰ ਸਿਖਾਇਆ ਗਿਆ, ਇਹ ਯੀਸ਼ੂ ਮਸੀਹ ਦੇ ਪ੍ਰਕਾਸ਼ ਤੋਂ ਮੈਨੂੰ ਮਿਲਿਆ। ਤੁਸੀਂ ਇਹ ਵਰਡ ਸਿੱਖਿਆ, ਯੀਸ਼ੂ ਮਸੀਹ ਦਾ ਪ੍ਰਕਾਸ਼। ओके, हुण पढ़ांगे 1 पीटर 1:13। पतरस दा एक पहला पतरस ओदी पहले दी 13 आयत। हाँ जी। इस लई तुसी अपनी बुद्ध दा लक बन के सुचेत रहो अते उस किरपा दी पूरी आस रखो ਜਿਹੜੀ ਯੀਸ਼ੂ ਮਸੀਹ ਦੇ ਪ੍ਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ।
see ਯਸ਼ੂ ਮਸੀਹ ਦਾ ਪ੍ਰਕਾਸ਼। ਫਿਰ ਤੁਸੀਂ ਇਹ ਪੜਿਆ ਇਹ word। ਫਿਰ next ਪੜਾਂਗੇ Revelation 1:1। ਪ੍ਰਕਾਸ਼ ਦੀ ਪੋਥੀ ਪਹਿਲਾ ਬਾਪ ਉਹਦੀ ਪਹਿਲੀ ਐਤ ਨੂੰ ਪੜਾਂਗੇ। ਯੀਸ਼ੂ ਮਸੀਹ ਦਾ ਪ੍ਰਕਾਸ਼ ਜਿਹੜਾ ਪਰਮੇਸ਼ਵਰ ਨੇ ਆਪਣੇ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ, ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ, ਅਤੇ ਉਸਨੇ ਆਪਣੇ ਦੂਤ ਦੇ ਹੱਥੀ ਭੇਜ ਕੇ ਆਪਣੇ ਦਾਸ ਯਹੋਨਾ ਨੂੰ ਉਹਦਾ ਪਤਾ ਦਿੱਤਾ। ਤਾਂ ਹੁਣ ਤੁਸੀਂ ਇਹ ਪਤਾ ਲੱਗ ਗਿਆ ਕਿ ਯਸ਼ੂ ਮਸੀਹ ਦਾ ਪ੍ਰਕਾਸ਼ ਵਰਡ ਜਿਹੜਾ ਹੈ ਬਹੁਤ ਇੰਪੋਰਟੈਂਟ ਹੈ। ਅਗਰ ਤੁਸੀਂ ਮਸੀਹ ਨੂੰ ਬਾਈਬਲ ਦੇ ਵਿੱਚੋਂ ਕੱਢ ਦੋ ਤੇ ਬਾਈਬਲ ਬੇਕਾਰ ਹੋ ਜਾਂਦੀ ਹੈ। ਮਸੀਹ ਇਹ ਬਾਈਬਲ ਸਿਰਫ ਮਸੀਹ ਵਾਸਤੇ ਲਿਖੀ ਗਈ ਹੈ। ਯੂ ਨੋ ਤੁਸੀਂ ਓਲਡ ਟੈਸਟਮੈਂਟ ਪੜ੍ਹ ਲਓ, ਪੂਰਾ ਨਿਊ ਟੈਸਟਮੈਂਟ ਪੜ੍ਹ ਲਓ, ਤੁਸੀਂ ਤੁਹਾਨੂੰ ਸਾਰੀਆਂ ਕਹਾਣੀਆਂ ਪਤਾ ਹੁਣ ਕੀ ਹੋਇਆ, ਕਦੋਂ ਕੀ, ਕੌਣ ਆਇਆ ਤੇ ਕੀ ਚੀਜ਼ਾਂ ਹੋਈਆਂ। ਲੇਕਿਨ ਅਗਰ ਤੁਹਾਨੂੰ ਮਸੀਹ ਦਾ ਪ੍ਰਕਾਸ਼ ਨਹੀਂ ਪਤਾ ਤੇ ਤੁਸੀਂ ਬਹੁਤ ਚੀਜ਼ਾਂ ਮਿਸ ਕਰ ਰਹੇ ਹੋ। ਤੇ ਅੱਜ ਤੁਸੀਂ ਸ਼ੁਰੂਆਤ ਕਰ ਰਹੇ ਹੋ, ਇਹ ਇੱਕ ਦਿਨ ਵਿੱਚ ਨਹੀਂ ਕੰਪਲੀਟ ਹੋਏਗਾ, ਇਹ ਬਹੁਤ ਵੱਡਾ ਟੌਪਿਕ ਹੈ ਅੱਜ, ਲੇਕਿਨ ਤੁਹਾਨੂੰ ਕਾਫੀ ਸਮਝ ਆ ਜਾਏਗਾ। ਅੱਜ ਮਸੀਹ ਕਲੀਸਿਆ ਦਾ ਹੀ ਸੰਦੇਸ਼ ਹੈ। ਕੀ ਬੋਲਿਆ? ਮਸੀਹ ਕਲੀਸਿਆ ਚਰਚ ਵਾਸਤੇ, ਮਸੀਹ ਹੀ ਕਲੀਸਿਆ ਦਾ ਸੰਦੇਸ਼ ਹੈ, ਸੰਦੇਸ਼ ਹੈ। ਚਿਲਡਰਨ ਆਫ ਗॉड, ਸਾਡੇ ਬੱਚਿਆਂ ਵਾਸਤੇ, ਪਰਮੇਸ਼ਵਰ ਦੇ ਬੱਚਿਆਂ ਵਾਸਤੇ ਮਸੀਹ ਹੀ ਕਲੀਸਿਆ ਦਾ ਸੰਦੇਸ਼ ਹੈ। ਹੁਣ ਮੈਂ ਇੱਥੇ ਅਮਰੀਕਾ ਵਿੱਚ ਵੀ ਦੇਖਿਆ, ਇੰਡੀਅਨ ਚੈਨਲਸ ਜਿੱਥੇ ਆਉਂਦੇ ਨੇ ਉੱਥੇ ਐਡਵਰਟਾਈਜ਼ਮੈਂਟ ਆਉਂਦੀ ਹੈ ਕਿ ਤੁਹਾਨੂੰ ਕੋਈ ਦੁੱਖ ਦਰਦ ਹੈ ਤਾਂ ਤੁਸੀਂ ਆਪਣੀ ਫਿਊਚਰ ਜਾਣਨਾ ਚਾਹੁੰਦੇ ਹੋ, ਤੁਹਾਨੂੰ ਸਮੱਸਿਆ ਹੈਗੀਆਂ, ਤੁਸੀਂ ਇਸ ਨੰਬਰ ਤੇ ਕਾਲ ਕਰੋ। ਤੇ ਇੱਥੇ ਕਈ ਤੁਸੀਂ ਫਿਰ ਜਦੋਂ ਕਾਲ ਕਰਦੇ ਹੋ ਉਹ ਕੀ ਕਹਿੰਦੇ ਨੇ, ਪਹਿਲੇ ਪੈਸੇ ਰੱਖੋ, ਇੰਨੇ ਪੈਸੇ ਗੱਲ ਕਰਨ ਦੇ। ਫਿਰ ਇੱਥੇ ਕਈ ਬਾਬੇ ਬਣੇ ਹੋਏ ਨੇ ਜਿਨ੍ਹਾਂ ਦੇ ਪਿੱਛੇ thousands of people ਜਾਂਦੇ ਨੇ। ਉਹ ਕਹਿੰਦੇ ਸਾਡੀ ਸਮੱਸਿਆ, ਸਾਰੇ ਹਰ ਘਰ ਵਿੱਚ ਕੋਈ ਨਾ ਕੋਈ ਸਮੱਸਿਆ ਹੈ, ਤੇ ਉਹ ਤੁਹਾਡੀ ਕੋਈ ਭੈਣ ਸਹੇਲੀ ਕੋਈ ਵੀ ਕਹੇਗਾ ਉਹ ਇੱਕ ਹੋਰ ਚਰਚ ਬਣਿਆ ਉੱਥੇ, ਤੇ ਉੱਥੇ ਉਹ ਬਾਬਾ ਇਸ ਤਰ੍ਹਾਂ ਕਰਦਾ ਹੈ। ਤੇ ਫਿਰ ਉਹ ਬਾਬਾ ਕਦੋਂ ਕਰੇਗਾ? ਜਦੋਂ ਪਹਿਲੇ ਉਹ ਕਹੇਗੇ ਪਹਿਲੇ ਚੰਦਾ ਦਿਓ, ਤੁਸੀਂ ਪੈਸੇ ਦਿਓ, ਭੇਟਾ ਦਿਓ, ਹਨਾ। ਤੇ ਹੋਜ਼ੇਆ ਦਾ 4 ਅਧਿਆਇ ਤੇ 6ਵਾਂ ਵਰਸ ਪੜਾਂਗੇ ਅਸੀਂ। ਹੋਸ਼ੂਆ ਦੀ ਕਿਤਾਬ, ਦੈਨੀਅਲ ਦੇ ਅਗਲੀ ਕਿਤਾਬ, ਦੈਨੀਅਲ ਦੀ ਪੁਰਾਣੇ ਨੇਮ ਦੇ ਵਿੱਚ ਦੈਨੀਅਲ ਦੀ ਬੁੱਕ ਤੋਂ ਅਗਲੀ ਕਿਤਾਬ ਹੋਸ਼ੂਆ, ਉਹਦਾ 4 ਅਧਿਆਇ ਉਹਦੀ 6 ਐਤ ਨੂੰ ਪੜਾਂਗੇ। ਮੇਰੀ ਪ੍ਰਜਾ ਗਿਆਨ ਬਹੁਣੀ ਨਾਸ ਹੁੰਦੀ ਹੈ, ਕਿਉਂ ਜੋ ਤੈਂ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ। ਤੂੰ ਆਪਣੇ ਪਰਮੇਸ਼ਵਰ ਦੀ ਵਿਵਸਥਾ ਨੂੰ ਭੁੱਲ ਗਿਆ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗਾ। ਹੋਸ਼ੂਆ ਦੀ ਪੁਸਤਕ ਦੈਨੀਅਲ ਤੋਂ ਅਗਲੀ ਕਿਤਾਬ, ਉਹਦਾ 4 ਅਧਿਆਇ ਉਹਦੀ 6 ਐਤ ਨੂੰ ਮੈਂ ਪੜਿਆ। ਹਾਂਜੀ, ਬਸ ਇੰਨਾ ਹੀ ਤੁਹਾਨੂੰ ਮੈਂ ਥੋੜਾ ਜਿਹਾ ਪੜਨਾ ਹੈ। ਮੇਰੀ ਪ੍ਰਜਾ ਗਿਆਨ ਨਾ ਹੋਣ ਕਰਕੇ ਨਸ਼ਟ ਹੋ ਜਾਂਦੀ ਹੈ, ਹੈਨਾ। ਤੁਸੀਂ ਜਦੋਂ ਚਰਚ ਵਿੱਚ ਆਉਂਦੇ ਹੋ ਇੱਥੇ ਪਾਸਟਰ, ਹੁਣ ਤੁਸੀਂ ਇੰਨੇ ਬਲੈਸਡ ਹੋ। ਸਾਡੇ ਇੱਥੇ ਚਰਚਾਂ ਦੇ ਵਿੱਚ ਇੱਕ ਪਾਸਟਰ ਹੁੰਦਾ ਜਾਂ ਜ਼ਿਆਦਾ ਤੋਂ ਜ਼ਿਆਦਾ 2 ਪਾਸਟਰ ਹੁੰਦੇ ਨੇ। ਇੱਥੇ ਤੁਹਾਡੇ ਕੋਲ 4 ਪਾਸਟਰ ਨੇ, ਕਮਲਦੀਪ ਜੀ, ਰਾਜਦੀਪ, ਪ੍ਰੀਤਮ ਜੀ, ਅਪੋਸਟਲ ਪ੍ਰੀਤਮ ਜੀ ਤੇ ਆਸ਼ਾ ਜੀ, 4 ਹੈਗੇ ਨੇ। ਤੁਸੀਂ ਬਹੁਤ ਬਲੈਸਡ ਹੋ, ਤੁਸੀਂ ਸਭ ਤੋਂ ਅੱਛੀ ਜਗ੍ਹਾ ਆ ਰਹੇ ਹੋ। ਤੇ ਇਹ ਮੈਨੂੰ ਲੱਗਦਾ ਇਹ ਚਰਚ ਸਭ ਤੋਂ ਅੱਛਾ, ਪੂਰੇ ਪੰਜਾਬ ਦੇ ਵਿੱਚ ਸਭ ਤੋਂ ਅੱਛਾ ਚਰਚ ਹੈ। ਤਾਂ ਤੁਸੀਂ ਕੋਈ ਵੀ ਜਦੋਂ ਤੁਸੀਂ ਕਿੱਥੇ ਜਾਂਦੇ ਹੋ, ਇਸ ਤਰ੍ਹਾਂ ਦੀ ਜਗ੍ਹਾਵਾਂ ਤੇ ਤੁਸੀਂ ਜਾਂਦੇ ਹੋ, ਚੈੱਕ ਕਰਨ ਵਾਸਤੇ ਜਾਂਦੇ ਹੋ, ਤੁਸੀਂ ਜਾਣਾ ਨਹੀਂ ਚਾਹੁੰਦੇ, ਪਰ ਤੁਹਾਡੀ ਕੋਈ ਸਹੇਲੀ ਧੱਕੇ ਨਾਲ ਬੁਲਾ ਰਹੀ ਹੈ, ਕਹਿੰਦੇ ਕਿ ਚਲੋ, ਤਾਂ ਤੁਸੀਂ ਚਲੇ ਜਾਂਦੇ ਹੋ ਚੈੱਕ ਕਰਨਾ ਸੀ। ਜਦੋਂ ਉੱਥੇ ਜਾਂਦੇ ਹੋ, ਜਾਂ ਤੁਸੀਂ ਟੀਵੀ ਦੇ ਵਿੱਚ ਦੇਖਦੇ ਹੋ, ਜਾਂ ਤੁਸੀਂ YouTube ਜਾਂ ਰੇਡੀਓ ਦੇ ਵਿੱਚ ਕੋਈ ਪ੍ਰਚਾਰ ਸੁਣ ਰਹੇ ਹੁੰਦੇ ਹੋ, ਜਦੋਂ ਉਹ ਯਸ਼ੂ ਮਸੀਹ ਤੋਂ ਸ਼ੁਰੂ ਹੋਵੇ ਤੇ ਯਸ਼ੂ ਮਸੀਹ ਤੋਂ ਹੀ ਐਂਡ ਹੋਵੇ, ਉਹ ਪ੍ਰਚਾਰ ਤੁਹਾਡੇ ਵਾਸਤੇ ਠੀਕ ਹੈ। ਪਰ ਅਗਰ ਉਹ ਹੋਰ ਗੱਲਾਂ ਕਰਦੇ ਨੇ ਤੇ ਇਹਦਾ ਮਤਲਬ ਉਹ ਤੁਹਾਡੇ ਵਾਸਤੇ ਨਹੀਂ ਹੈ। ਤੁਸੀਂ ਹੁਣ
प्रे करदे हो ते स्पिरिट विच प्रे करदे हो ते चुन्नी सो ਤੁਸੀਂ ਸਪਿਰਿਟ ਵਿੱਚ ਹੁੰਦੇ ਹੋ ਤੇ ਜਦੋਂ ਤੁਸੀਂ ਜਾਂਚੋਗੇ ਕਿ ਇਹ ਜਗ੍ਹਾ ਮੇਰੇ ਵਾਸਤੇ ਠੀਕ ਹੈ ਇਹ ਜਗ੍ਹਾ ਮੇਰੇ ਵਾਸਤੇ ਠੀਕ ਨਹੀਂ ਹੈ ਓਕੇ ਤੁਸੀਂ ਜਾਂ ਉਹ ਸੁਣ ਕਿਉਂਕਿ ਟਾਈਮ ਇਜ਼ ਵੈਰੀ ਇੰਪੋਰਟੈਂਟ ਤੁਹਾਨੂੰ ਸਾਰੀ ਦੁਨੀਆ ਦੇ ਵਿੱਚ ਸਾਨੂੰ ਪੈਸਾ ਵੀ ਆ ਜਾ ਸਕਦਾ ਪਰ ਟਾਈਮ ਆ ਜਾ ਨਹੀਂ ਸਕਦਾ ਟਾਈਮ ਸਾਨੂੰ ਲਿਮਿਟਡ परमेश्वर ने दिता है ते ओही टाइम दे विच असी गलत गल्लां सुनी जाइए ये गलत ते ठीक नहीं है सो हुण लेट्स रीड हुण असी स्टार्ट करदे हां मसीह दा प्रकाश दे उत्ते मैं तुहानू मैं ना प्रे कर रही सी मैं लेट्स रीड दिस ਜਦੋਂ ਲਾਸਟ ਟਾਈਮ ਮੈਂ ਤੁਹਾਨੂੰ ਪ੍ਰੀਚ ਕੀਤਾ ਸੀ ਉਸ ਤੋਂ ਬਾਅਦ ਮੈਂ ਕਲੀਸਿਆ ਵਾਸਤੇ ਪ੍ਰੇ ਕਰ ਰਹੀ ਸੀ ਪਾਸਟਰ ਰਾਜਦੀਪ ਪਾਸਟਰ ਕਮਲਦੀਪ ਤੇ ਰਾਜਦੀਪ ਵਾਸਤੇ ਤੇ ਤੁਹਾਨੂੰ ਸਾਰੇ ਮੈਂਬਰਸ ਵਾਸਤੇ ਮੈਂ ਪ੍ਰੇ ਕਰਦੀ ਆ ਤੇ ਮੈਂ ਪ੍ਰੇ ਕਰ ਰਹੀ ਸੀ ਆਈ ਥਿੰਕ 2-3 ਦਿਨ ਹੋਏ ਮੈਂ ਇੱਕ ਪਹਾੜਾਂ ਦੇ ਉੱਤੇ ਗਈ ਸੀ ਕਿੱਥੇ ਤੇ ਉੱਥੇ ਪਰਮੇਸ਼ਵਰ ਨੇ ਮੈਨੂੰ ਇਹ ਚੀਜ਼ ਦੱਸੀ ਤੁਹਾਡੇ ਵਾਸਤੇ ਕਲੀਸਿਆ ਵਾਸਤੇ ਇਸ ਕਲੀਸਿਆ ਵਾਸਤੇ ਤੇ ਮੈਂ ਪਾਸਟਰ ਕਮਲਦੀਪ ਜੀ ਜਦੋਂ ਸਾਡੀ ਨੈਕਸਟ ਟਾਈਮ ਗੱਲ ਹੋਈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਕਲੀਸਿਆ ਵਾਸਤੇ ਤੁਹਾਡੇ ਵਾਸਤੇ ਮੈਂ ਪ੍ਰੇ ਕਰ ਰਹੀ ਸੀ ਤੇ ਇਹ ਪਰਮੇਸ਼ਵਰ ਨੇ ਮੈਨੂੰ ਦੱਸਿਆ ਸੋ ਲੈਟਸ ਰੀਡ ਦੈਟ ਸਕ੍ਰਿਪਚਰ ਅਫੀਸ਼ੀਅਨ ਦਾ 5ਵਾਂ ਚੈਪਟਰ ਅਧਿਆਇ ਦਾ ਪਹਿਲਾ ਵਰਸ ਅਫਸੀਆਂ ਦੀ ਪੱਤਰੀ 5 ਬਾਬ ਉਹਦੀ ਪਹਿਲੀ ਐਤ ਅਫਸੀਆਂ ਦੀ ਪੱਤਰੀ ਉਹਦਾ 5 ਬਾਬ ਉਹਦੀ ਪਹਿਲੀ ਐਤ ਪੜਾਂਗੇ ਸੋ ਤੁਸੀਂ ਪਿਆਰਿਆਂ ਪੁੱਤਾਂ ਵਾਂਗ ਪਰਮੇਸ਼ਰ ਦੀ ਰੀਸ ਕਰੋ ਕੀ ਕਹਿੰਦੇ ਕਿ ਪਰਮੇਸ਼ਵਰ ਦੀ ਰੀਸ ਕਰਨੀ ਹੈ ਤਾਂ ਤੁਸੀਂ ਪਰਮੇਸ਼ਵਰ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹੋ ਇਹ ਦੁਬਾਰਾ ਇਹ ਇੰਗਲਿਸ਼ ਬਾਈਬਲ ਦੇ ਵਿੱਚ ਲਿਖਿਆ ਕਿ ਤੁਸੀਂ ਪਰਮੇਸ਼ਵਰ ਨੂੰ ਇਮੀਟੇਟ ਕਰੋ ਤੁਸੀਂ ਪਰਮੇਸ਼ਵਰ ਦੀ ਕਾਪੀ ਕਰੋ ਤੁਸੀਂ ਪਰਮੇਸ਼ਵਰ ਦੇ ਪੈਟਰਨ ਵਿੱਚ ਚੱਲੋ ਤੇ ਉਹਨਾਂ ਨੂੰ ਰਿਜ਼ੈਂਬਲ ਕਰੋ ਉਹਨਾਂ ਨੂੰ ਰੀਪਰੋਡਿਊਸ ਕਰੋ ਗੋਡ ਨੂੰ ਰਿਪਰੈਜ਼ੈਂਟ ਕਰੋ ਤੁਸੀਂ ਬ੍ਰਿੰਗ ਗੋਡ ਟੂ ਦਾ ਅਪੀਅਰੈਂਸ ਮਤਲਬ ਪਰਮੇਸ਼ਵਰ ਨੂੰ ਤੁਹਾਡੇ ਥਰੂ ਦਿਖਣਾ ਚਾਹੀਦਾ ਲੋਕਾਂ ਨੂੰ ਤੁਸੀਂ ਪਰਮੇਸ਼ਵਰ ਦੀ ਇਸ ਤਰ੍ਹਾਂ ਦੀ ਰੀਸ ਕਰੋ ਹੈਨਾ ਤੇ ਪਹਿਲੇ ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਚਾਹਨੀ ਆ ਬਿਫੋਰ ਆਈ ਐਕਸਪਲੇਨ ਯੂ ਕਿ ਜੀਸਸ ਕਿਉਂ ਯਿਸੂ ਮਸੀਹ ਧਰਤੀ ਤੇ ਆਏ ਸਨ ਤੁਹਾਨੂੰ ਇਹ ਕਦੀ ਸੋਚਿਆ ਪਰਮੇਸ਼ਵਰ ਧਰਤੀ ਤੇ ਇਸ ਕਰਕੇ ਆਏ ਸਨ ਕਿ ਉਹ ਅੱਛਾ ਜਦੋਂ ਉਹਨਾਂ ਨੇ ਕੈਲਵਰੀ ਤੇ ਉੱਥੇ ਜਾਰਡਨ ਰਿਵਰ ਦੇ ਵਿੱਚ ਬੈਪਟਿਜ਼ਮਾ ਲਿਆ ਤੇ ਉਸ ਤੋਂ ਬਾਅਦ ਕੈਲਵਰੀ ਦੇ ਉੱਤੇ ਕ੍ਰਾਸ ਤੇ ਚੜੇ ਸਨ ਤੇ ਬੈਪਟਿਜ਼ਮਾ ਲੈਣ ਤੋਂ ਲੈ ਕੇ ਕੈਲਵਰੀ ਤੱਕ ਪਹੁੰਚਣ ਤੱਕ ਉਹ ਆਪਣੇ ਘਰ ਵਾਪਸ ਨਹੀਂ ਗਏ ਉਹ ਤੁਹਾਨੂੰ ਸਾਨੂੰ ਇਹ ਦਿਖਾਣਾ ਚਾਹੁੰਦੇ ਸਨ ਕਿ ਪਰਮੇਸ਼ਵਰ ਦੇ ਧੀਆਂ ਪੁੱਤਰ ਕਿਸ ਤਰ੍ਹਾਂ ਸਾਨੂੰ ਰਾਜ ਵਾਸਤੇ ਚੱਲਣਾ ਹੈ ਅਸੀਂ ਕਿੰਗਡਮ ਵਾਸਤੇ ਕਿਸ ਤਰ੍ਹਾਂ ਚੱਲਣਾ ਹੈ ਜਿਹੜਾ ਮੈਥਿਊ ਮਾਰਕ ਜੌਨ ਤੇ ਲੂਕ 4 ਬੁੱਕਸ ਨਾ ਪਹਿਲੀਆਂ ਨਵੇਂ ਉਸ ਦੀਆਂ ਨਿਊ ਟੈਸਟਮੈਂਟ ਦੀਆਂ ਉਹਦੇ ਵਿੱਚ ਪਰਮੇਸ਼ਵਰ ਨੇ ਇਹ ਦਿਖਾਇਆ ਕਿਸ ਤਰ੍ਹਾਂ ਉਹ ਚੱਲਦੇ ਰਹੇ ਉਹ ਪਰਮੇਸ਼ਵਰ ਚਾਹੁੰਦੇ ਨੇ ਕਿ ਅਸੀਂ ਉਹਨਾਂ ਵਾਂਗਰ ਚੱਲੀਏ ਉਹ ਉਦਾਹਰਨ ਬਣੇ ਸਨ ਸਾਡੇ ਵਾਸਤੇ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਉਹ ਆਉਣ ਵਾਸਤੇ ਤੇ ਉਹਨਾਂ ਨੂੰ ਅਸੀਂ ਉਹਨਾਂ ਦੀ ਨਕਲ ਕਰਨੀ ਹੈ ਤੇ ਉਹਨਾਂ ਨੂੰ ਕਾਪੀ ਕਰਨਾ ਹੈ ਤੇ ਜਿਸ ਤਰ੍ਹਾਂ ਮੈਂ ਕਦੀ ਦੂਸਰੇ ਚਰਚ ਵਿੱਚ ਜਾਂਦੀ ਹਾਂ ਤੇ ਉੱਥੇ ਲੋਕੀ ਹੁੰਦੇ ਨੇ ਉਹਨਾਂ ਨੂੰ ਮੈਂ ਪੁੱਛਾਂ ਕਿ ਤੁਸੀਂ ਹੁਣ ਕਿੰਨੀ ਦੇਰ ਤੋਂ ਚਰਚ ਆ ਰਹੇ ਹੋ ਤੇ ਕਹਿੰਦੇ ਉਹ 1982 ਤੋਂ ਜਦੋਂ ਚਰਚ ਬਣਿਆ ਸੀ ਓਕੇ ਤਾਂ ਅਗਰ ਮੈਂ ਉਹਨਾਂ ਨੂੰ ਪੁੱਛਾਂ ਕਿ ਤੁਹਾਨੂੰ ਪਤਾ ਯਿਸੂ ਮਸੀਹ ਕੌਣ ਹੈ ਉਹ ਕਹਿੰਦੇ ਅਸੀਂ ਆਨੇ ਆ ਚਰਚ ਪਾਸਟਰ ਬੋਲਦਾ ਹੈ ਅਸੀਂ ਸੁਣ ਕੇ ਡੋਨਟ ਤੇ ਕਾਫੀ ਫ੍ਰੀ ਮਿਲਦੀ ਹੈ ਉਹ ਖਾ ਕੇ ਤੇ ਕਿਉਂਕਿ ਉਹ ਤਾਂ ਯਿਸੂ ਮਸੀਹ ਵਿੱਚ ਪੈਦਾ ਹੋਏ ਉਹਨਾਂ ਦੀ ਫਾਦਰ ਤੇ ਪੇਰੈਂਟਸ ਵੀ ਯਿਸੂ ਮਸੀਹ ਵਿੱਚ ਪੈਦਾ ਹੋਏ
ਤੇ ਉਹਨਾਂ ਨੂੰ ਤੇ ਬਸ ਇੱਕ ਸੋਸ਼ਲ ਗੈਦਰਿੰਗ ਕਰਕੇ ਚਰਚ ਆਉਂਦੇ, ਉਹਨਾਂ ਨੂੰ ਪਤਾ ਨਹੀਂ ਯਿਸੂ ਮਸੀਹ ਹੈ ਕੌਣ, ਹੈ ਨਾ। ਤੇ ਅੱਛਾ, ਹੁਣ ਯਿਸੂ ਮਸੀਹ ਜਦੋਂ 2000 ਸਾਲ ਪਹਿਲੇ ਆਏ ਸਨ, ਉਹਨਾਂ ਦੇ ਇੱਕ ਤੇ ਡਿਸਾਈਪਲ ਸਨ, ਹੈ ਨਾ, 12 ਚੇਲੇ ਸਨ, ਫਿਰ ਪੂਰੀ ਕਰਾਊਡ ਸੀ। ਉਹ ਆਪਣੇ ਚੇਲਿਆਂ ਨੂੰ ਡਿਫਰੈਂਟ ਗੱਲ ਦੱਸਦੇ ਸਨ ਤੇ ਕਰਾਊਡ ਨੂੰ ਡਿਫਰੈਂਟ ਗੱਲ ਦੱਸਦੇ ਸਨ। ਉਹਦੇ ਵਾਸਤੇ ਮੈਂ ਪੜ੍ਹਨਾ ਚਾਹਾਂਗੀ ਇੱਕ ਮਾਰਕ ਦਾ 4 ਚੈਪਟਰ ਤੇ 11ਵਾਂ ਵਰਸ। ਮਰਕਸ ਦੀ ਅੰਜੀਲ ਉਹਦਾ 4 ਅਧਿਆਏ ਉਹਦੇ 11 ਵਚਨ ਤੋਂ ਪੜਾਂਗੇ। ਉਸਨੇ ਉਹਨਾਂ ਨੂੰ ਕਿਹਾ, ਪਰਮੇਸ਼ਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ, ਪਰ ਜਿਹੜੇ ਬਾਹਰ ਹਨ ਉਹਨਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ, ਕਿ ਉਹ ਵੇਖਦੇ ਹੋਏ ਤਾਂ ਵੇਖਣ ਪਰ ਬੁੱਝਣ ਨਹੀਂ। ਨਹੀਂ, 11ਵਾਂ ਵਰਸ ਬਸ, ਹੈ ਨਾ। ਉਹਨਾਂ ਨੇ, ਕਿੰਨਾ ਨੇ, ਯਿਸੂ ਮਸੀਹ ਨੇ ਉਹਨਾਂ ਨੂੰ, ਕਿੰਨਾ ਨੂੰ, ਚੇਲਿਆਂ ਨੂੰ ਪਰਮੇਸ਼ਵਰ ਦੇ ਰਾਜ ਦਾ ਭੇਦ ਦਿੱਤਾ, ਤੁਹਾਨੂੰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਜਿਹੜੇ ਬਾਹਰਲੇ ਲੋਕੀ ਹੈਗੇ ਨੇ ਉਹਨਾਂ ਨੂੰ ਪਰਮੇਸ਼ਵਰ ਨੇ ਪੈਰਾਬਲਸ ਵਿੱਚ ਬੋਲਿਆ, ਦ੍ਰਿਸ਼ਟਾਂਤਾਂ ਦੀ ਤਰ੍ਹਾਂ ਬੋਲਿਆ। ਸੋ ਪਰਮੇਸ਼ਵਰ ਨੇ ਆਪਣੇ ਚੇਲਿਆਂ ਨੂੰ ਕਿਹਾ ਤੁਸੀਂ ਲਾਈਟ ਹੋ ਤੇ ਤੁਸੀਂ ਸਾਲਟ ਹੋ, ਹੈ ਨਾ। ਤੇ ਲੇਕਿਨ ਉਹਨਾਂ ਨੇ ਸਾਰੇ ਕਰਾਊਡ ਨੂੰ ਨਹੀਂ ਕਿਹਾ। ਓਕੇ, ਹੁਣ ਹੀਬਰੂ ਦਾ 13:8 ਨਿਕਾਲਣ ਦੀ ਲੋੜ ਨਹੀਂ। ਯਿਸੂ ਮਸੀਹ ਕੱਲ, ਅੱਜ ਤੇ ਜੁਗੋ ਜੁਗ ਇੱਕੋ ਜਿਹੇ ਨੇ, ਹੈ ਨਾ। ਤੇ ਹੁਣ ਪਰ ਯਿਸੂ ਮਸੀਹ ਧਰਤੀ ਤੇ ਆਏ ਸਨ, ਉਹ ਸ਼ੋਅ ਆਫ ਕਰਨ ਨਹੀਂ ਆਏ ਸਨ ਕਿ ਕਿੰਨਾ ਉਹ ਪਰਮੇਸ਼ਵਰ ਕਿੰਨਾ ਤਗੜਾ ਹੈ। ਉਹ ਸਾਰੀ ਹਿਊਮੈਨਿਟੀ ਨੂੰ ਇਹ ਦਿਖਾਣ ਨਹੀਂ ਆਏ ਸਨ ਕਿ ਪਰਮੇਸ਼ਵਰ ਤਗੜਾ ਹੈ। ਉਹ ਸ਼ੋਅ ਆਫ ਕਰਨ ਨਹੀਂ ਆਏ ਸਨ, ਲੇਕਿਨ ਉਹ ਆਪਣੇ ਬੱਚਿਆਂ ਨੂੰ, ਆਪਣੇ ਧੀਆਂ ਪੁੱਤਰ ਨੂੰ ਸ਼ੋਅ ਆਫ ਕਰਨ ਉਹਨਾਂ ਨੂੰ ਆਏ ਸਨ ਕਿ ਤੁਸੀਂ ਕਿੰਗਡਮ ਦੇ ਵਿੱਚ ਕਿਸ ਤਰ੍ਹਾਂ ਚੱਲਣਾ ਹੈ, ਕਿੰਗਡਮ ਦਾ ਲਾਈਫ ਸਟਾਈਲ ਤੁਹਾਡਾ ਕੀ ਹੋਏਗਾ, ਹੈ ਨਾ। ਉਹ ਇਸ ਕਰਕੇ ਨਹੀਂ ਆਏ ਸਨ ਕਿ ਉਹ ਧਰਮ ਦਾ ਜਾਂ ਰਸਮਾਂ, ਰੀਤੀ ਰਿਵਾਜ, ਪਰੰਪਰਾ ਦਿਖਾਉਣ ਵਾਸਤੇ ਨਹੀਂ ਆਏ ਸਨ। ਉਹਨਾਂ ਨੇ ਪ੍ਰੇਅਰ ਕਰਨ ਦੇ ਵੱਖਰੇ ਵੱਖਰੇ ਤਰੀਕੇ ਦੱਸਣ ਕਿ ਚੁੰਨੀ ਲੈ ਕੇ, ਧੂਫ ਚਲਾ ਕੇ ਜਾਂ ਈਸਟ ਵੈਸਟ ਵੱਲ ਮੂੰਹ ਕਰ, ਨਹੀਂ, ਉਹ ਪ੍ਰੇਅਰ ਕਰਨ ਦੇ ਕੋਈ ਤਰੀਕੇ ਦੱਸਣ ਨਹੀਂ ਆਏ ਸਨ। ਨਾ ਉਹ ਇਹ ਦੱਸਣ ਆਏ ਸਨ ਕਿ ਉਹ ਚਰਚ ਕਿਸ ਤਰ੍ਹਾਂ ਚਲਾਣਾ ਹੈ, ਪਰ ਉਹ ਸਾਨੂੰ ਕਿੰਗਡਮ ਲਾਈਫ ਸਟਾਈਲ ਦਿਖਾਣ ਆਏ ਸਨ ਕਿ ਪਰਮੇਸ਼ਵਰ ਜਿਸ ਤਰ੍ਹਾਂ ਚੱਲ ਰਹੇ ਨੇ, ਜਿਸ ਤਰ੍ਹਾਂ ਯਿਸੂ ਮਸੀਹ ਚੱਲੇ, ਅਸੀਂ ਉਹਨਾਂ ਵਾਂਗਰ ਚੱਲਣਾ ਹੈ। ਹੁਣ ਤੁਸੀਂ ਜਦੋਂ ਬਾਈਬਲ ਪੜ੍ਹੋਗੇ ਤੇ ਤੁਸੀਂ ਇੱਕ ਡਿਫਰੈਂਟ ਐਂਗਲ ਨਾਲ ਪੜ੍ਹੋਗੇ। ਤਾਂ ਕਦੀ ਤੁਸੀਂ ਇਹ ਸੋਚਿਆ ਕਿ ਯਿਸੂ ਮਸੀਹ, ਕਦੀ ਆਪਣੇ ਆਪ ਨੂੰ ਪੁੱਛਿਆ ਕਿ ਯਿਸੂ ਮਸੀਹ ਦਾ ਪੈਦਾ ਹੋਣਾ ਕੀ ਜ਼ਰੂਰੀ ਸੀ ਸਾਨੂੰ? 30 ਈਅਰ ਤੱਕ ਉਹ ਧਰਤੀ ਤੇ ਚੱਲਦੇ ਰਹੇ। ਪਹਿਲੇ ਗॉड ਹਿਊਮਨ ਬਣ ਕੇ ਧਰਤੀ ਦੇ ਉੱਤੇ ਚੱਲ ਰਹੇ ਸਨ, ਤੇ ਇਹ ਕੀ ਜ਼ਰੂਰੀ ਸੀ? ਜਸਟ ਮੈਂ ਥਿੰਕਿੰਗ ਵਾਸਤੇ ਤੁਹਾਨੂੰ ਕਹਿ ਰਹੀ ਹਾਂ। ਤੇ ਲੇਕਿਨ ਹੁਣ ਪ੍ਰੀਚਰਸ ਜਦੋਂ ਯਿਸੂ ਮਸੀਹ ਦੇ ਬਾਰੇ ਮਿਸਾਲ ਪ੍ਰਚਾਰ ਕਰਦੇ ਨੇ, ਉਹ ਠੀਕ ਹੈ, ਤੇ ਉਹ ਯਿਸੂ ਮਸੀਹ ਕੌਣ ਹੈ, ਠੀਕ ਹੈ, ਲੇਕਿਨ ਉਹ ਹਮੇਸ਼ਾ ਇਹ ਤੁਹਾਨੂੰ ਦੱਸਣ ਕਿ ਯਿਸੂ ਮਸੀਹ ਨੇ ਮੁਰਦਿਆਂ ਨੂੰ ਜਿਵਾਇਆ, ਅੰਨਿਆਂ ਨੂੰ ਦ੍ਰਿਸ਼ਟੀ ਦਿੱਤੀ, ਦੁਸ਼ਟ ਆਤਮਾ ਨੂੰ ਕੱਢਿਆ, ਬਿਮਾਰਾਂ ਨੂੰ ਚੰਗਾ ਕੀਤਾ, ਪਾਣੀ ਨੂੰ ਵਾਈਨ ਬਣਾਇਆ। ਇਹ ਹਮੇਸ਼ਾ ਤੁਸੀਂ ਪੜ੍ਹੀ ਜਾਓ, ਇਹ ਸੁਣੀ ਜਾਓ, ਹਮੇਸ਼ਾ ਆਓ। ਤੇ ਇਹ ਤੁਸੀਂ ਜਿਸ ਤਰ੍ਹਾਂ ਮਿੱਤਿਆ ਹੋਇਆ ਉਹ ਕਿ ਪੋਟੇਟੋ ਬੱਚਿਆਂ ਨੂੰ ਖਿਲਾਈਦਾ ਨਾ, ਜਦੋਂ 2-3 ਮਹੀਨੇ ਦਾ 6 ਮਹੀਨੇ ਦਾ ਬੱਚਾ ਹੁੰਦਾ, ਉਸਦੇ ਮੂੰਹ ਦੇ ਵਿੱਚ ਕੁਝ ਸੌਫਟ ਚੀਜ਼ਾਂ ਪਾਉਂਦੇ ਨੇ ਤੇ ਜਾਂ ਦੁੱਧ ਪਿਲਾਉਂਦੇ ਨੇ, ਉਹੀ ਹੈ। ਜਦੋਂ ਤੁਸੀਂ ਬੈਪਟਿਜ਼ਮ ਲੈਂਦੇ ਹੋ, ਇੱਥੇ ਇਸ ਤਰ੍ਹਾਂ ਹੁੰਦਾ ਹੈ, ਤੁਹਾਨੂੰ ਬੈਪਟਿਜ਼ਮ ਨਹੀਂ ਦਿੰਦੇ ਈਜ਼ੀਲੀ। ਪਹਿਲੇ ਤੁਸੀਂ ਬੈਪਟਿਜ਼ਮ ਦੀਆਂ ਕਲਾਸਿਸ ਕਰਨੀਆਂ ਹੁੰਦੀਆਂ, ਉਹਦੇ ਵਿੱਚ ਯਿਸੂ ਮਸੀਹ ਦੇ ਬਾਰੇ ਸਾਰਾ ਪਤਾ ਦੱਸ ਦਿੰਦੇ ਨੇ।
ਤੇ ਜਦੋਂ ਤੁਸੀਂ ਕਹਿੰਦੇ ਤੁਹਾਡੇ ਦਿਲੋਂ ਤੁਸੀਂ ਕਹਿੰਦੇ ਹੋ ਹਾਂ ਯਿਸੂ ਮਸੀਹ ਨੇ ਇਹ ਸਭ ਕੁਝ ਕੀਤਾ, ਅਸੀਂ ਹੁਣ ਯਿਸੂ ਮਸੀਹ ਨੂੰ ਆਪਣਾ ਲਾਰਡ ਐਂਡ ਸੇਵੀਅਰ ਮੰਨਣਾ, ਤਾਂ ਬੈਪਟਿਜ਼ਮ ਦਿੰਦੇ ਨੇ। ਬੈਪਟਿਜ਼ਮ ਤੋਂ ਪਹਿਲੇ ਉਹ ਸਾਰੀਆਂ ਕਲਾਸਾਂ ਜਦੋਂ ਹੁੰਦੀਆਂ ਤੁਹਾਨੂੰ ਯਿਸੂ ਮਸੀਹ ਬਾਰੇ ਸਭ ਪਤਾ ਲੱਗ ਜਾਂਦਾ ਹੈ। ਤੇ ਹੁਣ ਬਾਰ-ਬਾਰ ਮੇਰੇ ਨਾਲ ਇਸ ਤਰ੍ਹਾਂ ਹੋਇਆ, ਮੈਂ ਸ਼ੁਰੂ ਵਿੱਚ ਜਦੋਂ ਮੈਂ ਯਿਸੂ ਮਸੀਹ ਨੂੰ ਐਕਸੈਪਟ ਕੀਤਾ ਸੀ ਤੇ ਮੈਂ ਇੱਕ ਚਰਚ ਵਿੱਚ ਜਾਂਦੀ ਸੀ, ਛੋਟਾ ਜਿਹਾ ਚਰਚ ਸੀ, ਉਹਦੇ ਵਿੱਚ ਪਾਸਟਰ ਨੂੰ ਮੈਂ ਇਹ ਨਹੀਂ ਕਹਿੰਦੀ ਇਹੀ ਆਉਂਦਾ ਸੀ, ਪਰ ਉਹ 5 ਪ੍ਰੀਚਿੰਗ ਸਨ ਉਹਨਾਂ ਕੋਲ। ਉਹ ਇੱਕ ਹਫ਼ਤੇ ਉਹ ਦੱਸਦੇ ਸਨ ਕਿ ਯਿਸੂ ਮਸੀਹ ਨੇ ਪਾਣੀ ਨੂੰ ਸ਼ਰਾਬ ਬਣਾ ਦਿੱਤਾ, ਵਾਈਨ ਬਣਾ ਦਿੱਤਾ, ਫਿਰ ਦੂਸਰੇ ਹਫ਼ਤੇ ਦੂਸਰੀ ਗੱਲ ਦੱਸਦੇ ਨਾ, ਤੀਸਰੇ ਹਫ਼ਤੇ। ਸੋ ਮੈਂ ਇੰਨੀ ਜ਼ਿਆਦਾ ਹੰਗਰੀ ਸੀ, ਮੈਂ ਲਰਨ ਕਰਨਾ ਚਾਹੁੰਦੀ ਸੀ ਬਹੁਤ ਜ਼ਿਆਦਾ, ਤੇ ਮੈਂ ਆ ਕੇ ਉਹਨਾਂ ਨੋਟਸ ਲਿਖਦੀ ਸੀ, ਰਿਕਾਰਡ ਕਰ ਲੈਂਦੀ ਸੀ ਆਪਣੇ ਫੋਨ ਨਾਲ। ਤੇ ਹੁਣ ਮੈਨੂੰ ਬਾਅਦ ਵਿੱਚ ਪਤਾ ਲੱਗ ਗਿਆ ਕਿ ਹੁਣ ਜਦੋਂ 1 ਸਾਲ ਮੈਂ ਉੱਥੇ ਜਾਂਦੀ ਰਹੀ ਤੇ ਮੈਨੂੰ ਪਤਾ ਸੀ ਕਿ ਇਹ ਪਾਸਟਰ ਨੇ ਹੁਣ ਕਿਹੜਾ ਅਗਲਾ ਬੋਲਣਾ ਹੈ, ਕਿਹੜਾ ਵਰਸ ਬੋਲਣਾ ਹੈ, ਥੋੜਾ ਏਦਾਂ ਘੁਮਾ ਕੇ ਬੋਲ ਦਿੰਦੇ ਸਨ। ਤੇ ਇਸ ਤਰ੍ਹਾਂ ਤੁਹਾਨੂੰ ਇਹ ਮੈਂ ਇਸ ਕਰਕੇ ਦੱਸ ਰਹੀ ਹਾਂ ਕਿ ਤੁਹਾਨੂੰ ਅੱਗੇ ਨੈਕਸਟ ਸਟੈਪ ਤੇ ਲੈ ਕੇ ਜਾਣਾ ਹੈ। ਓਕੇ, ਤੁਸੀਂ ਉੱਥੇ ਨਹੀਂ ਰਹਿਣਾ ਜਿੱਥੇ ਵੀ ਤੁਸੀਂ ਇੱਕ ਹੀ ਚੀਜ਼। ਫਿਰ ਕਿਉਂ? ਇਸ ਕਰਕੇ ਕਿ ਜਦੋਂ ਤੁਸੀਂ ਡੈਵਲ ਵਰਸ਼ਿਪਰਸ ਜਿਹੜੇ ਹੁੰਦੇ ਨੇ ਉਹਨਾਂ ਨਾਲ ਚੈਲੰਜ ਕਿਸ ਤਰ੍ਹਾਂ ਕਰੋਗੇ? ਅਗਰ ਤੁਹਾਨੂੰ ਪੂਰੀ ਟ੍ਰੇਨਿੰਗ ਨਹੀਂ ਮਿਲੇਗੀ, ਤੁਹਾਨੂੰ ਪਤਾ ਨਹੀਂ ਹੋਏਗਾ, ਹਮੇਸ਼ਾ ਤੁਸੀਂ ਉਹੀ ਗੱਲਾਂ ਸੁਣੀ ਜਾਓਗੇ, ਤੁਸੀਂ ਅੱਗੇ ਕਿਸ ਤਰ੍ਹਾਂ ਵਧੋਗੇ, ਹੈਨਾ? ਤੇ ਮੈਂ ਹੁਣ ਸਿੱਖ ਫੈਮਿਲੀ ਚੋਂ ਆਈ ਹਾਂ। ਮੇਰਾ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਸੀ ਮੇਰੇ ਮੰਮੀ ਡੈਡੀ, ਤੇ ਮੈਨੂੰ ਹੁਣ ਬਹੁਤ ਸਾਰੇ ਚੈਲੰਜ ਆਉਂਦੇ ਨੇ, ਸਿੱਖ ਲੋਕ ਆ ਕੇ ਮੇਰੇ ਨਾਲ ਚੈਲੰਜ ਕਰਦੇ ਨੇ ਤੇ ਮੇਰੇ ਕੋਲ ਜਵਾਬ ਇਹਦੀ ਮੈਂ ਤੁਹਾਨੂੰ ਇੱਕ ਪੂਰੀ ਕਲਾਸ ਦਵਾਂਗੀ ਕਿ ਤੁਸੀਂ ਕਹਿਣਾ ਕੀ ਹੈ, ਤੁਸੀਂ ਕਿਸ ਤਰ੍ਹਾਂ ਉਹ ਸਕ੍ਰਿਪਚਰਸ, ਉਹਦੇ ਗੁਰੂ ਗ੍ਰੰਥ ਸਾਹਿਬ ਦੇ ਸਕ੍ਰਿਪਚਰਸ ਤੇ ਇਹ ਸਕ੍ਰਿਪਚਰਸ ਨੂੰ ਕੱਢ ਕੇ ਅਸੀਂ ਉਹਨਾਂ ਨਾਲ ਫਾਈਟ ਨਹੀਂ ਕਰਨਾ, ਅਸੀਂ ਉਹਨਾਂ ਨਾਲ ਕੋਈ ਆਰਗਿਊ ਨਹੀਂ ਕਰਨਾ। ਜਿਹੜੇ ਡੈਵਲ ਵਰਸ਼ਿਪਰਸ ਨੇ, ਜਿਸ ਹਿੰਦੂ ਲੋਕ ਉੱਥੇ ਜਾਂਦੇ, ਚਰਚ ਉੱਥੇ ਮੰਦਿਰ ਜਾਂਦੇ ਨੇ, ਉਹਨਾਂ ਨਾਲ ਅਸੀਂ ਉਹਨਾਂ ਨੂੰ ਸਿਰਫ ਇਹ ਦਿਖਾਣਾ ਹੈ ਕਿ ਅਸੀਂ ਕੀ ਫਰਕ ਕੀ ਹੈ। ਫਿਰ ਡਿਸੀਜਨ ਉਹਨਾਂ ਦਾ ਆਪਣਾ ਹੈਗਾ ਕਿ ਜੋ ਵੀ ਡਿਸੀਜਨ ਲੈਣ, ਪਰ ਅਸੀਂ ਨੌਲੇਜ ਦੇਣੀ ਹੈ। ਪਹਿਲੇ ਮੈਂ ਤੁਹਾਨੂੰ ਨੌਲੇਜ ਦੇਵਾਂਗੀ ਤੇ ਫਿਰ ਤੁਸੀਂ ਉਹਨੂੰ ਤੁਸੀਂ ਡਾਈਜੈਸਟ ਕਰੋਗੇ। ਫਿਰ ਤੁਸੀਂ ਜਦੋਂ ਕੋਈ ਬੰਦਾ ਕੁਐਸਚਨ ਕਰੇਗਾ, ਜਾਣਨਾ ਚਾਹੇਗਾ ਕਿ ਤੁਸੀਂ ਕਿਉਂ ਮਸੀਹ ਵਿੱਚ ਆ ਗਏ ਹੋ, ਤੇ ਤੁਹਾਨੂੰ ਫਿਰ ਉਹਦਾ ਆਨਸਰ ਹੋਏਗਾ। ਫਿਰ ਤੁਹਾਨੂੰ ਦਲੇਰੀ, ਤਾਕਤ ਤੇ ਅਧਿਕਾਰ ਮਿਲਿਆ ਹੋਇਆ, ਉਹਨੂੰ ਤੁਸੀਂ ਯੂਜ਼ ਕਰ ਸਕੋਗੇ, ਹੈਨਾ? ਤੁਸੀਂ ਹਰ ਹਫ਼ਤੇ ਜਿਸ ਤਰ੍ਹਾਂ ਜਾਂਦੇ ਹੋ ਚਰਚ ਵਿੱਚ ਤੇ ਕਹਿੰਦੇ ਪਾਸਟਰ ਨੇ ਮੇਰੇ ਸਿਰ ਦੇ ਉੱਤੇ ਹੱਥ ਨਹੀਂ ਰੱਖਿਆ। ਪਾਸਟਰ ਦਾ ਕਈ ਚਰਚਿਸ ਨੇ ਜਿੱਥੇ ਸਿਰਫ ਪਾਸਟਰ ਹੱਥ ਹੀ ਰੱਖਦੇ ਨੇ, ਤੇ ਉਹ ਕਈ ਬੰਦੇ ਸਿਰਫ ਉਹੀ ਚਰਚ ਜਾਂਦੇ ਨੇ ਜਿੱਥੇ ਪਾਸਟਰ ਹੱਥ ਰੱਖਦੇ ਨੇ। ਹੁਣ ਤੁਸੀਂ ਲੋਕ ਜਦੋਂ ਪਰਮੇਸ਼ਵਰ ਦੇ ਬੱਚੇ ਹੋ ਗਏ ਹੋ, ਤੁਹਾਨੂੰ ਹੱਥ ਨਹੀਂ ਚਾਹੀਦਾ। ਨਾਲੇ ਇੱਕ ਹੋਰ ਗੱਲ ਮੈਂ ਤੁਹਾਨੂੰ ਇਹ ਕੁਐਸਚਨ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਹਰ ਥਾਵਾਂ ਤੇ ਕਿਤੇ ਵੀ ਨਹੀਂ ਜਾਣਾ, ਹਰੇਕ ਦਾ ਹੱਥ ਤੁਹਾਡੇ ਸਿਰ ਤੇ ਨਹੀਂ ਲੱਗਣਾ ਚਾਹੀਦਾ। ਤੁਸੀਂ ਇੱਥੇ ਅਪੋਸਟਲ ਪ੍ਰੀਤਮ ਜੀ ਹੈਗੇ ਨੇ, ਇੱਥੇ ਕਮਲਜੀਤ ਹੈਗੇ ਨੇ, ਪਾਸਟਰ ਕਮਲਦੀਪ ਹੈ, ਉਹਨਾਂ ਨੇ ਤੁਹਾਨੂੰ ਇੱਕ ਵਾਰੀ ਹੱਥ ਰੱਖ ਦਿੱਤਾ ਤੇ ਤੁਹਾਡੇ ਵਿੱਚ ਹੋਲੀ ਸਪਿਰਿਟ ਹੈਗੀ ਹੈ। ਤਾਂ ਤੁਸੀਂ ਅਗਰ ਗਲਤ ਜਗ੍ਹਾ ਜਾਓਗੇ, ਉਹਨਾਂ ਨੇ ਵੀ ਹੱਥ ਰੱਖਤਾ ਤੇ ਉਹ ਠੀਕ ਨਹੀਂ ਹੈ। ਓਕੇ, ਤੇ ਫਿਰ ਉੱਥੇ ਤੁਸੀਂ ਜਾ ਕੇ ਜਿਸ ਤਰ੍ਹਾਂ ਮਿਰੇਕਲਸ ਦੇਖਦੇ ਹੋ, ਬੜਾ ਅੱਛਾ ਲੱਗਦਾ ਹੈ। ਕੋਈ ਬੰਦਾ ਮਿਰੇਕਲਸ ਦਿਖਾਉਂਦੇ ਨੇ, ਕੋਈ ਲੇਟ ਕੇ, ਜਾਂ ਕਈ ਜਗ੍ਹਾ ਤੇ ਕਹਿੰਦੇ ਨੇ ਤੁਸੀਂ ਲਿਫਾਫਾ ਲੈ ਕੇ ਵੀ ਚੱਲਦੇ ਨੇ, ਕਹਿੰਦੇ ਤੁਸੀਂ ਵੋਮਿਟ ਕਰੋ, ਇਸ ਤਰ੍ਹਾਂ ਕਰੋ। ਉਹ ਬੜੇ ਤਮਾਸ਼ੇ ਹੁੰਦੇ ਨੇ। ਉਹ ਚਰਚਿਸ ਤੁਹਾਡੇ ਵਾਸਤੇ ਨਹੀਂ ਹੈ, ਆਪਣੇ ਧੀਆਂ ਪੁੱਤਰ ਵਾਸਤੇ ਨਹੀਂ ਹੈ। ਤੁਸੀਂ ਆਲਰੇਡੀ ਅੱਗੇ ਵੱਧ ਗਏ ਹੋ ਆਪਣੀ ਲਾਈਫ ਦੇ ਵਿੱਚ, ਤੇ ਤੁਹਾਨੂੰ ਇਕਵਿਪਡ ਕਰਨਾ ਹੈ ਅਸੀਂ। ਤੇ ਟ੍ਰੇਨਿੰਗ ਬਲੀਵਰਸ ਵਾਸਤੇ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਤੇ ਅੱਛਾ, ਹੁਣ ਕੋਈ ਬੰਦਾ ਉੱਥੇ ਹੀ ਜਾਂਦਾ ਜਿੱਥੇ ਮਿਰੇਕਲਸ ਹੁੰਦੀਆਂ ਨੇ, ਹਨਾ? ਜਿਹੜੀ ਮੈਂ ਹੁਣੇ ਦੱਸਿਆ
ਚਮਤਕਾਰ ਹੁੰਦੀਆਂ, ਜਦੀ ਆਤਮਾ ਰੂਹ ਦਾ ਸਰਾਬ, ਜਿੱਥੇ ਜਨਰੇਸ਼ਨ ਕਰਸਸ, ਇਹਦੀ ਜਿੱਥੇ ਜ਼ਿਆਦਾ ਗੱਲਾਂ ਹੁੰਦੀਆਂ। ਉੱਥੇ ਅਗਰ ਤੁਸੀਂ ਪੁੱਛੋ ਕਿ ਯਿਸੂ ਮਸੀਹ ਕੌਣ ਹੈ, ਕਹਿੰਦੇ ਉਹ ਮਿਰੇਕਲ ਵਰਕਰ ਹੈ, ਉਹ ਚਮਤਕਾਰ ਕਰਨ ਵਾਲੇ ਨੇ। ਬਸ ਉਹਨਾਂ ਨੂੰ ਇਹ ਨਹੀਂ ਪਤਾ ਕਿ ਯਿਸੂ ਮਸੀਹ ਪਰਮੇਸ਼ਵਰ ਦੇ ਬੇਟੇ ਨੇ, ਹਨਾ ਜੀ। ਤੇ ਇੱਕ ਹੋਰ ਮੈਂ ਗੱਲ ਕਲੈਰੀਫਾਈ ਕਰਨਾ ਚਾਹੁੰਦੀ ਹਾਂ ਕਿ ਜੀਸਸ ਕ੍ਰਾਈਸਟ ਇਹ ਫਸਟ ਨੇਮ ਲਾਸਟ ਨੇਮ ਨਹੀਂ ਹੈ। ਯਿਸੂ ਮੈਰੀ ਤੋਂ ਪੈਦਾ ਹੋਏ ਸੀ, ਉਹ ਬੋਡੀ ਸੀ, ਹਨਾ, ਤੇ ਮਸੀਹ ਆਤਮਾ ਹੈ। ਯਿਸੂ ਮਨੁੱਖ ਹੈ, ਮਸੀਹ ਬ੍ਰਹਮ डिवाइन है। यीशु शारीरिक है, मसीह अध्यात्मिक है। यीशु शरीर विच है, मसीह आत्मा विच है। यीशु मनुख दा पुत्र है, मसीह परमेश्वर दा पुत्र है। टू मच अगर तुहानू लग रहा है तो तुसी फिर रिकॉर्डिंग दोबारा देख लेना, then you will understand more. Okay, हुण let's go and read Hebrew दा 5वां चैप्टर ते 11वां वर्स, 11वां तो 14 वर्स, एक एक पढ़ांगे वर्स। इब्रानिया 5 बाब ओदी इब्रानिया दी 5वीं किताब। अच्छा पहले मैं एक मिनट मैं एक दसना पहले, वैसे बुक का पता नहीं है किसने लिखा है, बट मैं जिस स्कूल गई हाँ उत्थे साडे पास्टर्स बोलते ने संत पॉलिस ने लिखा, अपोस्टल पॉल ने लिखा। देखो अपोस्टल पॉल ने ये अपने चर्च नू बोलिया, उत्थे हिब्रू चर्च नू बोलिया, ते 2000 साल पहले भी सेम प्रॉब्लम सी जो आज प्रॉब्लम है, ते उन्होंने ये साडे ते भी लागू हुंदा है। हुण लेट्स रीड दैट 5वां चैप्टर 11वां वर्स ते एक पढ़। ठीक है। ਉਹਦੇ ਵਿਖੇ ਅਸਾਂ ਬਹੁਤ ਕੁਝ ਆਖਣਾ ਹੈ ਜਿਹਦਾ ਅਰਥ ਕਰਨਾ ਔਖਾ ਹੈ, ਇਸ ਲਈ ਜੋ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ। ਇੱਕ ਵਰਸ ਤੇ ਕਹਿੰਦੇ ਨੇ ਕਿ ਮੈਂ ਤੇ ਬਹੁਤ ਕੁਝ ਦੱਸਣਾ ਚਾਹਨਾ ਮੈਂ ਤੁਹਾਨੂੰ। ਪਾਸਟਰ ਪੌਲ ਬੋਲ ਰਹੇ ਨੇ ਕਿ ਮੈਂ ਲੇਕਿਨ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ। ਅਮਰੀਕਨ ਬਾਈਬਲ ਇੰਗਲਿਸ਼ ਬਾਈਬਲ ਦੇ ਵਿੱਚ ਬੋਲਦੀ ਹੈ ਕਿ ਤੁਸੀਂ ਸਪਿਰਿਚੁਅਲੀ ਡਲ ਹੋ ਗਏ ਹੋ, ਆਤਮਿਕਲੀ ਡਲ ਹੋ ਗਏ ਹੋ। ਤੇ ਹੁਣ 12ਵਾਂ ਵਰਸ, ਕਿਉਂ ਜੋ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ, ਪਰ ਤੁਹਾਨੂੰ ਲੋੜ ਹੈ ਪਈ ਤੁਹਾਨੂੰ ਪਰਮੇਸ਼ਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਮੁੱਢ ਵੇਖ ਸਿਖਾਵੇ, ਅਤੇ ਤੁਸੀਂ ਅਜਿਹੇ ਬਣ ਗਏ ਹੋ ਜੋ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ। ਕੀ ਕਹਿਣਾ ਕਿ ਕਿਉਂਕਿ जो बहुत देर हो गई है, it has been so long, ਤੁਸੀਂ believers ਹੈਗੇ ਹੋ, ਬੜੀ ਦੇਰ ਤੋਂ believers ਹੋ ਕਿ ਤੁਹਾਨੂੰ ਹੁਣ ਉਪਦੇਸ਼ਕ ਹੋਣਾ ਚਾਹੀਦਾ ਸੀ, ਲੇਕਿਨ ਤੁਸੀਂ ਇਹਦੀ ਜਗ੍ਹਾ ਕਿ ਤੁਸੀਂ ਦੂਸਰਿਆਂ ਨੂੰ ਸਿਖਾਉਣਾ ਚਾਹੀਦਾ ਸੀ, ਲੇਕਿਨ ਤੁਸੀਂ ਮੁੜ ਕੇ ਉਹੀ ਦੁੱਧ ਦੀ ਤੁਸੀਂ ਦੁਬਾਰਾ ਮੂਲ ਮੰਤਰ ਤੋਂ ਮੁੜ ਕੇ ਫਿਰ ਜਾਣਨਾ ਚਾਹੁੰਦੇ ਹੋ, है ना? तुसी अगे नहीं बढ़ते, उत्थे ही अटके पे हो, दुध ही पी जा रहे हो। ओके अगला पढ़ो 13। ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਬਚਨ ਤੋਂ ਅਣਜਾਣ ਹੈ, ਇਸ ਲਈ ਕੀ ਨਿਆਣਾ ਹੈ। ਹਾਂ ਤੇ ਉਹ ਬੱਚੇ ਜਿਹੜੇ ਹੁੰਦੇ ਨੇ ਨਿਆਣੇ, ਇਨਫੈਂਟ, ਇੱਥੇ ਇਨਫੈਂਟ ਇੰਗਲਿਸ਼ ਵਿੱਚ ਬੋਲਦੇ ਨੇ ਇਹ 1 ਸਾਲ ਤੱਕ, ਫਿਰ ਟੌਡਲਰ ਬੋਲਦੇ ਨੇ, ਹਨਾ? ਤੁਸੀਂ ਇਨਫੈਂਟ ਦੁੱਧ ਪੀਂਦਾ 1 ਸਾਲ ਦੇ ਬੱਚੇ ਤੱਕ ਦੁੱਧ, ਤੁਸੀਂ ਨਰਸਰੀ ਜਾਂ ਤੁਸੀਂ ਕਹਿ ਲਓ ਐਲੀਮੈਂਟਰੀ, ਛੋਟਾ ਬੱਚਾ, ਮੈਂ ਪੰਜਾਬੀ ਵਿੱਚ ਦੇਖਿਆ ਤੇ ਬੱਚਾ ਹਰੇਕ ਨੂੰ ਹੀ ਬੱਚਾ ਬੋਲਦੇ ਆ, ਪਰ ਇਹ ਛੋਟਾ ਬੱਚਾ ਬਿਲਕੁਲ ਜੰਮਿਆ ਹੋਇਆ ਬੱਚਾ ਦੁੱਧ ਦੀ ਜਿਹੜਾ ਹੁੰਦਾ ਉਹਦੀ ਗੱਲ ਹੋ ਰਹੀ ਹੈ ਕਿ ਉਹਨੂੰ ਸਗੋਂ ਦੁੱਧ ਦੀ ਪਈ ਹੈ। ਉਹ ਜਿਹੜਾ ਬੱਚਾ ਦੁੱਧ ਪੀਂਦਾ ਉਹ ਚੰਗੀ ਗੱਲ ਹੈ ਜਾਂ ਗਲਤ ਗੱਲ ਹੈ ਉਹ ਪਹਿਚਾਨ ਨਹੀਂ ਸਕਦਾ। ਹੁਣ ਤੁਸੀਂ ਜਿੱਥੇ ਜਾਂਦੇ ਹੋ, ਜੋ ਸੁਣਦੇ ਹੋ,
तो अगर तुसी ओही स्टेज ते रहोगे ते अगे तुसी नहीं बढ़ सकते। ओके, भले बुरे दी जांच नहीं कर सकते। अगला वर्स 14। पर ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਂਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ। ਤੇ ਅੰਨ ਮੀਨਸ ਖਾਣਾ ਜਿਹੜਾ ਉਹ ਮੈਚੁਰ ਲੋਕਾਂ ਵਾਸਤੇ ਹੈ। ਹੁਣ ਤੇ ਉਹਨਾਂ ਦੀ ਗਿਆਨ ਇੰਦਰੀਆਂ ਪੱਲੇ ਬੁਰੇ ਦੀ ਜਾਂਚ, ਜਿਸ ਤਰ੍ਹਾਂ ਬੱਚੇ ਨੂੰ ਤੁਸੀਂ ਅਸੀਂ ਕੁਝ ਦਈਏ ਤੇ ਉਹ ਹਰ ਚੀਜ਼ ਉਹ ਆਪਣੇ ਮੂੰਹ ਵਿੱਚ ਪਾਉਂਦਾ ਹੈ ਨਾ, ਤੇ ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਉਹ ਖਾਣ ਵਾਲੀ ਚੀਜ਼ ਹੈ ਕਿ ਨਹੀਂ ਖਾਣ ਵਾਲੀ, ਤੇ ਉਹਨੇ ਉਹੀ ਕਰਨਾ। ਸੋ ਤੁਸੀਂ ਜਦੋਂ ਟੀਵੀ ਵਗੈਰਾ, ਟੀਵੀ ਤੇ ਟੈਲੀਵਿਜ਼ਨ ਤੇ ਰੇਡੀਓ ਤੇ ਪ੍ਰਚਾਰ ਸੁਣਦੇ ਹੋ ਤੇ ਤੁਹਾਨੂੰ ਹੁਣ ਪਤਾ ਲੱਗ ਜਾਏਗਾ ਕਿ ਤੁਸੀਂ ਕੀ ਸੁਣ ਰਹੇ ਹੋ, ਤੁਸੀਂ ਠੀਕ ਗੱਲ ਸੁਣ ਰਹੇ ਹੋ ਜਾਂ ਗਲਤ ਸੁਣ ਰਹੇ ਹੋ। ਤਾਂ 12ਵਾਂ ਵਰਸ ਇਹ ਬੋਲਦਾ ਹੈ, ਥੈਂਕ ਯੂ, ਕਿ ਤੁਸੀਂ ਇੰਨੀ ਦੇਰ ਤੋਂ ਮਸੀਹ ਵਿੱਚ ਹੋ ਤੇ ਤੁਹਾਨੂੰ ਹੁਣ ਉਪਦੇਸ਼ਕ ਹੋਣਾ ਚਾਹੀਦਾ ਸੀ, ਤੁਹਾਨੂੰ ਹੁਣ ਦੂਸਰਿਆਂ ਨੂੰ ਸਿਖਾਉਣਾ ਚਾਹੀਦਾ ਸੀ, ਲੇਕਿਨ ਤੁਸੀਂ ਉੱਥੇ ਹੀ ਆਪੇ ਹੀ ਲੱਭਦੇ ਪਏ ਹੋ ਕਿ ਸਾਨੂੰ ਫਿਰ ਦੁਬਾਰਾ ਹੋਰ ਮਿਲ ਜਾਏ। ਤਾਂ ਇੱਕ ਪਾਸਟਰ ਬੋਲਦਾ ਸੀ ਇੱਥੇ ਕਿ ਬੰਦਾ ਇਨ ਬਿਟਵੀਨਰ ਹੈ। ਇਨ ਬਿਟਵੀਨਰ ਕੀ ਹੈ? ਤੁਸੀਂ ਓਲਡ ਟੈਸਟਮੈਂਟ ਪੜ੍ਹਿਆ, ਜਦੋਂ ਈਜਿਪਟ ਤੋਂ ਲੋਕੀ ਬੜੇ ਔਖੇ ਸਨ ਤੇ ਉਹ ਉੱਥੋਂ ਨਿਕਲ ਆਏ, ਪਰਮੇਸ਼ਵਰ ਨੇ ਉਹਨਾਂ ਨੂੰ ਨਿਕਾਲ ਲਿਆ, ਲੇਕਿਨ ਉਹਨਾਂ ਹਾਂਜੀ ਮਿਸਰ ਦੀ ਗੁਲਾਮੀ ਚੋਂ ਕੱਢਿਆ ਉਹਨਾਂ ਨੂੰ। ਤੇ ਉਹ ਡੇਂਜਰ ਤੋਂ ਤੇ ਨਿਕਲ ਆਏ, ਲੇਕਿਨ ਉਹਨਾਂ ਦੇ ਵਾਸਤੇ ਬੜੀ ਹੀ ਰਿਚ ਇਨਹੈਰੀਟੈਂਸ ਰੱਖੀ ਹੋਈ ਸੀ ਪਰਮੇਸ਼ਵਰ ਨੇ। ਉਹ ਇਨਹੈਰੀਟੈਂਸ ਨੂੰ ਨਹੀਂ ਮਿਲੀ ਬਾਅਦ, ਲੇਕਿਨ ਉਹ ਇੰਨੀ ਦੇਰ ਤੱਕ ਵਿਚਕਾਰ ਘੁੰਮਦੇ, ਇਨ ਬਿਟਵੀਨ ਘੁੰਮਦੇ ਰਹੇ ਉਹ, ਕਿਉਂਕਿ ਅਸੀਂ ਵਾਂਡਰਿੰਗ ਅਰਾਊਂਡ ਹੋਵਾਂਗੇ। ਜਿਸ ਤਰ੍ਹਾਂ ਹੁਣ ਇੱਥੇ ਮੈਂ ਕਈ ਲੋਕਾਂ ਨੂੰ, ਕਈ ਮੇਰੇ ਬੱਚੇ ਨੇ ਸਮਝ ਲਓ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ ਹੋਇਆ ਹੈ, ਉਹਨਾਂ ਦਾ ਕੋਈ ਹਿੰਦੂ ਤਿਉਹਾਰ ਹੁੰਦਾ ਤੇ ਉਹ ਮੰਦਿਰ ਟੁਰ ਪੈਂਦੇ ਨੇ। ਅੱਛਾ, ਜਦੋਂ ਮੈਂ ਇਨਵਾਈਟ ਕਰਦੀ ਹਾਂ ਚਰਚ ਵਿੱਚ, ਚਰਚ ਵੀ ਆ ਜਾਂਦੇ ਨੇ, ਤੇ ਇੱਧਰ ਵਾਂਡਰ ਅਰਾਊਂਡ ਨਹੀਂ ਹੋਣਾ। ਤੁਹਾਨੂੰ ਪਤਾ ਹੈ ਕਿ ਤੁਹਾਨੂੰ ਮੁਕਤੀ ਮਿਲ ਗਈ ਹੈ, ਦਿਸ ਇਜ਼ ਇਟ। ਤੁਹਾਨੂੰ ਇਹ ਪਤਾ ਲੱਗ ਜਾਏ ਕਿ ਯਿਸੂ ਮਸੀਹ ਨੇ ਸਾਡੇ ਵਾਸਤੇ ਕੀ ਕੀਤਾ ਹੈ, ਤੁਸੀਂ ਦੁਨੀਆ ਬਦਲ ਸਕਦੇ ਹੋ। ਤੁਹਾਨੂੰ ਬਸ ਤੁਸੀਂ ਇਹੀ ਜਾਣੋ ਕਿ ਯਿਸੂ ਮਸੀਹ ਦੈਟਸ ਆਲ, ਹੋਰ ਕੁਝ ਨਹੀਂ। ਤੁਸੀਂ ਉਹਨਾਂ ਨੂੰ ਕੁੱਟ ਕੇ ਫੜ ਕੇ ਰੱਖੋ ਤੇ ਤੁਸੀਂ ਦੁਨੀਆ ਬਦਲ ਸਕਦੇ ਹੋ, ਆਪਣੀ ਲਾਈਫ ਬਦਲ ਸਕਦੇ ਹੋ। ਤੇ ਓਕੇ, ਹੁਣ ਇੱਕ ਮੈਂ ਵਰਸ ਦਿਖਾਣਾ ਚਾਹਾਂਗੀ ਜਿਹੜਾ ਮੈਂ ਦੱਸਿਆ ਨਹੀਂ ਸੀ, ਪਰ ਹੁਣ ਲੈਟਸ ਰੀਡ ਹੈ। 1 ਕੁਰਿੰਥੀਅਨ ਦਾ 2 ਚੈਪਟਰ 15ਵਾਂ ਵਰਸ। ਪਹਿਲਾ ਕੁਰਿੰਥੀਆਂ 2 ਬਾਅਦ ਪੂਰੀ 2:50। ਪਰ ਜਿਹੜਾ ਆਤਮਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਂਚ ਕਰਦਾ ਹੈ, ਪਰ ਆਪ ਕਿਸੇ ਤੋਂ ਜਾਚਿਆ ਨਹੀਂ ਜਾਂਦਾ। ਇਸ ਬਸ ਇਹ ਜਿਹੜਾ ਆਤਮਿਕ ਹੈ, ਹੁਣ ਅਸੀਂ ਆਤਮਿਕ ਆ ਨਾ, ਤੁਸੀਂ ਕਿੱਥੇ ਵੀ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਬੰਦਾ, ਤੁਸੀਂ ਜੱਜ ਕਰ ਸਕੋਗੇ ਕਿ ਇਹ ਬੰਦਾ ਠੀਕ ਨਹੀਂ ਹੈ, ਇਹਨੂੰ ਇਹ ਲੋੜ ਹੈ, ਤੁਹਾਨੂੰ ਪਤਾ ਲੱਗ ਜਾਏਗਾ। ਤੁਸੀਂ ਕਿਉਂਕਿ ਸਪਿਰਿਚੁਅਲ ਹੋ। ਇਹ ਬਹੁਤ ਅੱਛਾ ਵਰਸ ਹੈ, ਤੁਸੀਂ ਇਹਨੂੰ ਮਾਰਕ ਕਰ ਲਓ ਤੇ ਇਹਨੂੰ ਤੁਸੀਂ ਬਾਰ-ਬਾਰ ਪੜ੍ਹ ਕੇ ਤੁਸੀਂ ਇਹਨੂੰ ਅੰਡਰਸਟੈਂਡ ਕਰਾਂ। ਜਿਹੜਾ ਆਤਮਾ ਵਿੱਚ ਹੈ, ਜਿਹੜੇ ਪਰਮੇਸ਼ਵਰ ਦੇ ਬੱਚੇ ਨੇ, ਹਮੇਸ਼ਾ ਬਾਈਬਲ ਪੜ੍ਹਦੇ ਨੇ ਤੇ ਅੱਗੇ ਤੁਸੀਂ ਟੰਗਸ ਵਿੱਚ ਪ੍ਰੇ ਕਰਦੇ ਹੋ, ਤੁਸੀਂ ਚਰਚ ਆਉਂਦੇ ਹੋ, ਤੁਸੀਂ ਜੋ ਪਾਸਟਰ ਜੀ ਟ੍ਰੇਨਿੰਗ ਦਿੰਦੇ ਨੇ ਉੱਥੇ ਆਉਂਦੇ ਹੋ, ਤੁਸੀਂ ਆਤਮਿਕ ਹੋ ਜਾਂਦੇ ਹੋ, ਯੂ ਆਰ ਇਨ ਸਪਿਰਿਟ। ਤੇ ਤੁਸੀਂ ਲੋਕਾਂ ਨੂੰ ਜਾਂਚ ਕਰ ਸਕਦੇ ਹੋ। ਤੁਸੀਂ ਸਕੂਲ ਜਾਓਗੇ, ਕਾਲਜ ਜਾਓਗੇ, ਕਿੱਥੇ ਵੀ ਜਾਓਗੇ, ਲੇਕਿਨ ਉਹ ਬੰਦਾ ਤੁਹਾਨੂੰ ਜਾਂਚ ਨਹੀਂ ਕਰ ਸਕੇਗਾ। Understand? Okay, so this is what I wanted to say. So ਹੁਣ 13-14ਵਾਂ ਵਰਸ ਇਹ ਬੋਲਦਾ ਹੈ, ਜਿਹੜਾ ਅਸੀਂ ਹੁਣੇ ਪੜ੍ਹਿਆ, ਕਿ ਤੁਸੀਂ ਠੀਕ ਤੇ ਗਲਤ ਦੀ ਜਾਂਚ ਕਰ ਸਕੋਗੇ, ਤੁਹਾਨੂੰ ਟ੍ਰੇਨਿੰਗ ਮਿਲੇਗੀ ਤੇ ਤੁਸੀਂ ਮੈਚੁਰ ਹੋਵੋਗੇ। ਜਦੋਂ ਪਾਸਟਰ ਕਮਲਦੀਪ ਜੀ ਕਹਿਣਗੇ ਟ੍ਰੇਨਿੰਗ ਤੇ ਆਓ, ਕੋਈ ਬਹਾਨਾ ਨਹੀਂ, ਤੁਸੀਂ ਟ੍ਰੇਨਿੰਗ ਕਰੋ, ਤੁਸੀਂ ਹੋਰ ਸਿੱਖੋ। ਤੇ
मैं तो ट्रेनिंग ਦੇ ਵਿੱਚ ਹਮੇਸ਼ਾ ਰਿਕਾਰਡ ਕਰ ਲੈਂਦੀ ਸੀ ਤੇ ਘਰ ਆ ਕੇ ਸੁਣਦੀ ਸੀ ਤੇ ਟ੍ਰੇਨਿੰਗ ਦੇ ਵਿੱਚ ਟ੍ਰੇਨਿੰਗ ਪਰਮੇਸ਼ਵਰ ਦੀ ਬਾਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਚਰਚਸ ਵਿੱਚ ਅੱਜ ਕੱਲ ਟ੍ਰੇਨਿੰਗ ਨਹੀਂ ਮਿਲਦੇ ਕਿਉਂਕਿ ਕਰੋਨਾ ਦੀ ਵਜ੍ਹਾ ਨਾਲ ਬੰਦ ਕੀਤਾ ਹੋਇਆ ਸੀ ਹੁਣ ਫਿਰ ਸ਼ੁਰੂ ਹੋ ਗਿਆ ਤੇ ਚਰਚਸ ਵਿੱਚ ਟ੍ਰੇਨਿੰਗ ਕਰਨਾ ਔਖਾ ਹੁੰਦਾ ਹੈ ਕਿਉਂਕਿ ਪਾਸਟਰ ਨੂੰ ਵੀ ਟਾਈਮ ਚਾਹੀਦਾ ਹੈ ਨਾ ਪਾਸਟਰ ਤੇ ਟ੍ਰੇਨਿੰਗ बहुत सारे चर्चिस नहीं दिंदे हाथ रख के प्रे करके तुहानू कहंदे ने जाओ ठीक है पर जदों ट्रेनिंग मिले वो सब तो चंगी गल है ते तुहानू असी स्वर्गी सच्चाई तो बहुत दूर हैगे आ सानू ट्रेनिंग दी लोड़ हैगी है ते मैं इत्थे चर्च गई ते एक ओल्डर कपल सी उन्हां नू ਐਵੇਂ ਗੱਲ ਕਰ ਰਹੀ ਸੀ ਮੈਂ ਜਲਦੀ ਚਲੀ ਜਾਨੀ ਆ ਹਮੇਸ਼ਾ ਉੱਥੇ ਬਹੁਤ ਸੋਹਣਾ ਚਰਚ ਹੈ ਮੇਰਾ ਚਰਚ ਨਹੀਂ ਮੈਂ ਹੋਰ ਫਰਾਈਡੇ ਨੂੰ ਵੀ ਚਰਚ ਜਾਨੀ ਆ ਸੈਟਰਡੇ ਨੂੰ ਵੀ ਜਾਨੀ ਆ ਤੇ ਸੰਡੇ ਨੂੰ ਮੈਂ ਆਪਣੇ ਚਰਚ ਜਾਨੀ ਆ ਤੇ ਉੱਥੇ ਇੱਕ 올ਡਰ ਕਪਲ ਸੀ 78 ਈਅਰ ਦਾ ਆਦਮੀ ਸੀ ਉਹਨੂੰ ਮੈਂ ਪੁੱਛਿਆ ਤੇ ਗੱਲ ਕਰ ਰਹੀ ਸੀ ਕਹਿੰਦੇ ਉਹ ਅਸੀਂ ਤਾਂ ਪਾਪੀ ਆ ਇੰਗਲਿਸ਼ ਵਿੱਚ ਅਮਰੀਕਨ ਲੋਕੀ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਜਦੋਂ ਮਸੀਹ ਵਿੱਚ ਹੁੰਨੇ ਆ ਵੀ ਆਰ ਅ ਨਿਊ ਕ੍ਰੀਏਸ਼ਨ ਜੇ ਅਸੀਂ ਮਸੀਹ ਵਿੱਚ ਹਾਂ ਅਸੀਂ ਨਵੀਂ ਸ੍ਰਿਸ਼ਟੀ ਹਾਂ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਪਰ ਇਹ ਉਹਨਾਂ ਨੂੰ ਸਿਖਾਇਆ ਨਹੀਂ ਹੈ ਨਾ ਇਹ ਸਕ੍ਰਿਪਚਰਸ ਨਹੀਂ ਸਿਖਾਏ ਹੁਣ ਹੀਬਰੂ ਦੀ ਲੈਟ ਮੀ ਸ਼ੋ ਯੂ ਮੋਰ ਹੀਬਰੂ ਦਾ 6ਵਾਂ ਚੈਪਟਰ ਤੇ पहला दूसरा तीसरा वर्स एक करांगे इब्रानियां 6 बाब पहली आयत पढ़ांगे इस कारण ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਸਿਆਣੇ ਪੁਣੇ ਦੀ ਵੱਲ ਅਗਾਹਾਂ ਵਧਦੇ ਜਾਈਏ ਅਤੇ ਮੁਰਦਿਆਂ ਕੰਮਾਂ ਤੋਂ ਤੌਬਾ ਕਰਨ ਦੀ ਨੀਂਹ ਮੁੜ ਕੇ ਨਾ ਧਰੀਏ ਨਾਲੇ ਪਰਮੇਸ਼ਰ ਉੱਤੇ ਨੇਚਾ ਕਰਨ ਦੀ ਇਸ਼ਨਾਨਾਂ ਦੀ ਸਿੱਖਿਆ ਦੀ ਹੱਥ ਰੱਖਣ ਦੀ ਮੁਰਦਿਆਂ ਦੇ ਜੀ ਉੱਠਣ ਦੀ ਅਤੇ ਸਦੀਪਕ ਨਿਆਉ ਦੀ ਪਰਮੇਸ਼ਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ ਆਮੀਨ ਦੇਖੋ ਕੀ ਕਹਿੰਦਾ 6 ਪਹਿਲਾ ਸਕ੍ਰਿਪਚਰ ਇਹ ਬੋਲਦਾ ਹੈ ਚੈਪਟਰ 6 ਦਾ ਇੱਕ ਤੁਸੀਂ ਪੜ੍ਹ ਰਹੇ ਹੋ ਇਸ ਕਾਰਨ ਅਸੀਂ ਮਸੀਹ ਦੀਆਂ ਸਿੱਖਿਆ ਦੀਆਂ ਆਦ ਗੱਲਾਂ ਮਤਲਬ ਬੇਸਿਕ ਟੀਚਿੰਗ ਜਿਹੜੀਆਂ ਨੇ ਉਹਨਾਂ ਨੂੰ ਛੱਡ ਕੇ ਪੁਰਾਣੀਆਂ ਬੇਸਿਕ ਚੀਜ਼ਾਂ ਤੁਹਾਨੂੰ ਆਉਂਦੀਆਂ ਤੇ ਅਸੀਂ ਮੈਚੁਰਿਟੀ ਵੱਲ ਵਧਦੇ ਜਾਈਏ ਤੋਬਾ ਕਰਨ ਦੀ ਹੁਣ ਹਮੇਸ਼ਾ ਜਿਸ ਤਰ੍ਹਾਂ ਚਰਚ ਤੁਸੀਂ ਕਿਸੇ ਹੋਰ ਚਰਚ ਜਾਂ ਕਿੱਥੇ ਜਾਂਦੇ ਹੋ ਜਾਂ ਕੋਈ ਪ੍ਰੀਚਰ ਤੁਹਾਨੂੰ ਕਹਿੰਦਾ ਜਾਂ ਰੇਡੀਓ ਟੀਵੀ ਤੇ ਦੇਖਦੇ ਹੋ ਤੋਬਾ ਕਰੋ ਤੋਬਾ ਕਰੋ ਤੋਬਾ ਕਰੋ ਤੁਸੀਂ ਤੋਬਾ ਕਰ ਲਈ ਹੋਈ ਹੈ ਤੁਸੀਂ ਕਿੰਨੀ ਵਾਰੀ ਤੋਬਾ ਕਰੋਗੇ ਬੈਪਟਿਜ਼ਮ ਕਰ ਲਿਆ ਹੋਇਆ ਕਿੰਨੀ ਵਾਰੀ ਇੱਕ ਵਾਰੀ ਕਰ ਲਿਆ ਹੋਇਆ ਤਾਂ ਹੁਣ ਤੁਸੀਂ ਪਰਮੇਸ਼ਰ ਦੇ ਬੱਚੇ ਹੋ ਗਏ ਹੋ ਹੁਣ ਤੁਹਾਨੂੰ ਹੋਰ ਨਹੀਂ ਪਹਿਲੇ ਵਰਸ ਵਿੱਚ ਇਹ ਬੋਲਦਾ ਹੈ ਕਿ ਤੋਬਾ ਕਰਨ ਦੀ ਮੁੜ ਕੇ ਨੀਂਹ ਨਾ ਰੱਖੀਏ ਹੁਣ ਤੁਸੀਂ ਅੱਗੇ ਵੱਧ ਗਏ ਹੋ ਤੁਸੀਂ ਪਰਮੇਸ਼ਰ ਦੇ ਧੀਆਂ ਪੁੱਤਰ ਹੋ ਗਏ ਹੋ ਤੇ ਇਸਨਾਨਾਂ ਦੀ ਇੱਕ ਮੈਂ ਇੱਕ ਹੋਰ ਸਕ੍ਰਿਪਚਰ ਪੜ੍ਹਨਾ ਚਾਹੁੰਦੀ ਹਾਂ ਗਲੇਸ਼ੀਅਨ ਦਾ ਚੈਪਟਰ 3:27 ਵਰਸ ਗਲੇਸ਼ੀਅਨ ਦਾ ਦੀ ਪੱਤਰੀ ਉਹਦਾ 3 ਬਾਬ ਉਹਦੀ 27 ਕਿਉਂ ਜੋ ਤੁਸਾਂ ਜਿਨ੍ਹਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ ਹੁਣ ਤੁਸੀਂ ਮਸੀਹ ਇਹ ਵਰਡ ਆਇਆ ਨਾ ਕਿਉਂ ਜੋ ਤੁਸੀਂ ਮਸੀਹ ਵਿੱਚ ਬਪਤਿਸਮਾ ਜਦੋਂ ਲਿਆ ਤੁਸੀਂ ਮਸੀਹ ਨੂੰ ਪਹਿਨ ਲਿਆ ਹੁਣ ਤੁਹਾਨੂੰ ਤੁਹਾਡੇ ਕੋਲ ਹੋਲੀ ਸਪਿਰਿਟ ਹੈ ਹੁਣ ਇੱਕ ਹੋਰ ਵਰਸ ਪੜੋ ਰੋਮਨਸ ਦਾ 8:1-2 ਰੋਮਨ 8 ਬਾਬ ਉਹਦੀ ਪਹਿਲੀ ਤੇ ਦੂਜੀ ਆਇਤ ਸੋ ਹੁਣ ਉਹਨਾਂ ਲਈ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰ੍ਹਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰ੍ਹਾ ਤੋਂ ਛੁਡਾ ਦਿੱਤਾ There is therefore now no condemnation to me. English with and I am in Christ Jesus. ਮੈਨੂੰ ਕੋਈ condemnation ਨਹੀਂ ਹੈ ਮੈਨੂੰ ਕੋਈ
पंजाबी के यीशु विच ये सजा दा हुक्म खत्म हो गया क्योंकि तुसी यीशु तुसी मसीह नु पहन लिया है ना तुहानू पाप there's therefore now no condemnation to me I am in Christ the जीवन ते आत्मा दा सारा मसीह यीशु मसीह दे द्वारा सारा कुछ तुहाडा धुल गया ओके फिर डिटेल विच बात जावांगे हुण जदों प्रीचर आंदा है चर्च विच ते वो कहंदा तौबा करो तौबा ਇਹਦਾ demon spirit ਨੇ ਤੁਹਾਡੇ ਵਿੱਚ ਇਹਦਾ ਮਤਲਬ ਉਹ non believers ਨੂੰ ਬੋਲ ਰਿਹਾ ਉਹ ਨਵੇਂ ਬੰਦਿਆਂ ਨੂੰ ਬੋਲ ਰਿਹਾ ਤੇ ਅਸਨਾਨਾਂ ਦੀ ਸਿੱਖਿਆ ਤੇ ਹੱਥ ਰੱਖਣ ਦੀ ਸਿੱਖਿਆ ਮੁਰਦਿਆਂ ਨੂੰ ਜੀ ਉੱਠਣ ਦੀ ਤੇ ਸੰਦੀਪਕ ਨਿਆਂ ਦੀ ਇਹ ਸਾਰਾ ਕੁਝ ਨਵੇਂ ਬੰਦਿਆਂ ਵਾਸਤੇ ਹੈ ਤੁਹਾਡੇ ਵਾਸਤੇ ਨਹੀਂ ਹੈ ਓਕੇ ਓਕੇ ਹੁਣ ਜਦੋਂ ਜਦੀ ਆਤਮਾ ਤੇ ਅੱਛਾ ਤੁਹਾਨੂੰ ਇਹ ਵਰਸਸ ਆਣੇ ਚਾਹੀਦੇ ਆ ਜੇ ਤੁਸੀਂ ਮਸੀਹ ਵਿੱਚੋਂ ਤਾਂ ਉਹ ਤੁਸੀਂ ਨਵੀਂ ਸ੍ਰਿਸ਼ਟੀ ਹੋ ਤੁਸੀਂ ਹੁਣ ਨਵੇਂ ਬਣ ਗਏ ਤੁਹਾਡੀ ਆਤਮਾ ਨਵੀਂ ਹੋ ਗਈ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਫਿਰ ਯਿਸੂ ਮਸੀਹ ਬੋਲਦੇ ਜੌਨ ਦੇ 15 ਤੇ 7 ਵਿੱਚ ਬੋਲਦੇ ਸਿਰਫ ਸੁਣੀ ਜਾਓ ਖੋਲਣ ਦੀ ਲੋੜ ਨਹੀਂ ਜੇ ਤੁਸੀਂ ਮੇਰੇ ਵਿੱਚ ਰਹੋ ਇਹ ਮੇਰਾ ਫੇਵਰਿਟ ਵਰਸ ਹੈ ਜੌਨ ਦਾ 15 ਵਰਸ 1 ਤੋਂ 7 ਤੱਕ ਪਰ ਹੁਣ ਟਾਈਮ ਦੀ ਸ਼ਾਰਟੇਜ ਨਾਲ ਮੈਂ ਸਿਰਫ 7th ਪੜਾਂਗੀ ਬਹੁਤ ਅੱਛਾ ਵਰਸ ਹੈ ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਉਹ ਤੁਹਾਨੂੰ ਤੁਹਾਡੇ ਲਈ ਹੋ ਜਾਵੇਗਾ ਕਿੰਨਾ ਪਿਆਰਾ ਵਰਸ ਹੈ ਇਹ ਤੇ ਫਿਰ ਵਰਸ ਹੈ ਕਿ ਮੇਰੀਆਂ ਭੇਡਾਂ ਮੈਨੂੰ ਮੇਰੀਆਂ ਆਵਾਜ਼ ਸੁਣਦੀਆਂ ਨੇ ਔਰ ਮੈਂ ਉਹਨਾਂ ਨੂੰ ਸਿਆਣਦਾ ਹਾਂ ਤੇ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਨੇ ਕਿੰਨਾ ਅੱਛਾ ਜੌਨ ਦਾ 10ਵਾਂ ਚੈਪਟਰ ਦਾ 28 ਵਰਸ ਬੋਲਦਾ ਹੈ ਮੈਂ ਉਹਨਾਂ ਨੂੰ ਸੰਦੀਪਕ ਜੀਵਨ ਦਿੰਦਾ ਹਾਂ ਤੇ ਉਹ ਸੰਦੀਪ ਕਾਲ ਤੱਕ ਉਹਨਾਂ ਨੂੰ ਨਾਸ਼ ਨਹੀਂ ਹੋਣ ਦਾਂਗਾ ਇਹ ਯਿਸੂ ਮਸੀਹ ਕਹਿ ਰਹੇ ਨੇ ਨਾ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਸਕਦਾ ਹੈ ਮੇਰੇ ਪਿਤਾ ਜਿਨ੍ਹਾਂ ਨੇ ਮੈਨੂੰ ਉਹ ਦਿੱਤੀਆਂ ਨੇ ਉਹ ਸਭ ਤੋਂ ਵੱਡੇ ਨੇ ਤੇ ਕੋਈ ਪਿਤਾ ਦੇ ਹੱਥੋਂ ਉਹਨਾਂ ਨੂੰ ਖੋ ਨਹੀਂ ਸਕਦਾ ਮੈਂ ਤੇ ਮੇਰੇ ਪਿਤਾ ਇੱਕੋ ਹੈਗੇ ਆ ਫਿਰ ਹੋਰ ਯਿਸੂ ਮਸੀਹ ਕਹਿੰਦੇ 14 ਚੈਪਟਰ ਜੌਨ ਦਾ 14 ਤੇ 12ਵਾਂ ਵਰਸ ਵਿੱਚ ਬੋਲਦੇ ਨੇ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੇ ਮੇਰੇ ਉੱਤੇ ਨੈਚਾ ਕਰਦਾ ਹੈ ਸੋ ਉਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਸਗੋਂ ਮੇਰੇ ਤੋਂ ਵੀ ਵੱਡੇ ਕੰਮ ਕਰੇਗਾ ਕਿਉਂ ਮੈਂ ਪ੍ਰਭੂ ਪਿਤਾ ਕੋਲ ਜਾ ਰਿਹਾ ਵਾਂ ਜੇ ਕੋਈ ਫਿਰ 14 ਚੈਪਟਰ ਦਾ 23 ਵਰਸ ਬੋਲਦਾ ਹੈ ਜੇ ਕੋਈ ਮੈਨੂੰ ਪਿਆਰ ਕਰਦਾ ਹੈ ਤੇ ਮੇਰੇ ਬਚਨਾਂ ਦਾ ਪਾਲਣਾ ਕਰੇਗਾ ਤੇ ਮੇਰੇ ਪਿਤਾ ਉਹਨਾਂ ਨੂੰ ਪਿਆਰ ਕਰੇਗਾ ਤੇ ਅਸੀਂ ਉਹਦੇ ਕੋਲ ਆਵਾਂਗੇ ਤੇ ਉੱਥੇ ਵਾਸ ਕਰਾਂਗੇ ਸੋ they will make the home in you ਤੁਹਾਡੇ ਵਿੱਚ ਘਰ ਬਣਾਣਗੇ God ਤੁਹਾਡੇ ਨਾਲ ਹੋਣਗੇ ਤੁਹਾਡੇ ਅੰਦਰ ਹੋਣਗੇ the greater is he that is in you that he that is in the world ਦੁਨੀਆ ਵਿੱਚ ਜੋ ਹੈ ਉਸ ਤੋਂ ਵੱਡਾ ਤੁਹਾਡੇ ਅੰਦਰ ਹੈ ਸੋ ਤੁਸੀਂ ਇਹ ਸਾਰੀਆਂ ਚੀਜ਼ਾਂ ਇਹੋ ਜਿਹੇ ਵਰਸਸ ਤੁਸੀਂ ਲਰਨ ਕਰਨੀਆਂ ਨੇ ਹੁਣ ਓਕੇ ਤੇ ਹੁਣ ਉਹ ਜਦੋਂ ਪ੍ਰੀਚਰ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਡੀਮਨ ਸਪਿਰਿਟ ਤੇ ਜਨਰੇਸ਼ਨਲ ਕਰਸਸ ਜਦੀ ਆਤਮਾ ਤੇ ਸੋਲ ਟਾਈਜ਼ ਇਹਦਾ ਮਤਲਬ ਉਹ ਓਲਡ ਟੈਸਟਮੈਂਟ ਤੋਂ ਗੱਲ ਦੱਸ ਰਿਹਾ ਤੇ ਫਿਰ ਉਹ ਇਹੋ ਜਿਹੀਆਂ ਗੱਲਾਂ ਕਰਕੇ ਕਹਿਣਗੇ ਪੇਟਾ ਪਾਓ ਪਹਿਲੇ ਪੇਟਾ ਪਾਓ ਤੇ ਫਿਰ ਤੁਸੀਂ ਤੁਹਾਡੇ ਕੋਲ ਪੈਸੇ ਲੈਣ ਦੀ ਉਹ ਕਰੇ ਤੁਹਾਨੂੰ ਪਤਾ ਕਿ ਤੁਸੀਂ 10% ਆਪਣੀ ਜਿਹੜੀ ਇਨਕਮ ਹੈ ਉਹ ਤੁਸੀਂ ਜਿਹੜੇ ਵੀ ਚਰਚ ਜਾਂਦੇ ਹੋ ਜੋ ਵੀ ਜਿੱਥੋਂ ਤੁਹਾਨੂੰ ਫੂਡ ਮਿਲਦਾ ਉੱਥੇ ਦੇਣਾ ਹੁੰਦਾ ਹੈ ਨਾ ਤੇ ਸੋ ਕਿ ਤੁਹਾਡੇ 90% ਬਚ ਜਾ ਅਗਰ ਤੁਸੀਂ 10% ਪਾਉਂਦੇ ਹੋ ਲੇਕਿਨ ਤੁਸੀਂ ਪੇਟਾ ਹੁੰਦਾ ਜਿਹੜਾ ਐਕਸਟਰਾ ਤੁਸੀਂ ਪਾਉਂਦੇ ਹੋ ਤੁਸੀਂ ਡਿਫਰੈਂਟ ਜਗ੍ਹਾਵਾਂ ਤੇ ਜਾਂਦੇ ਹੋ ਤੇ ਉੱਥੇ ਪਾਉਂਦੇ ਹੋ ਬਟ ਯੂ ਹੈਵ ਟੂ ਬੀ ਕੇਅਰਫੁਲ ਕਿ ਤੁਸੀਂ ਕਰ ਰਹੇ ਹੋ ਤਾਂ ਓਕੇ ਹੁਣ ਹਰ ਹਫਤੇ ਤੁਸੀਂ ਇਹ ਦੇਖਣਾ ਕਿ ਤੁਸੀਂ ਅਗਰ ਤੋਬਾ ਦੀ ਗੱਲ ਹੋਵੇ ਤੁਸੀਂ ਯੂ ਆਰ ਨਾਟ ਗੋਇੰਗ ਟੂ ਗਰੋ ਤੇ ਤੁਹਾਨੂੰ ਵਿਸ਼ਵਾਸ ਦੀ ਗੱਲ ਹੋਵੇ ਜਾਂ ਬਪਤਿਸਮਾ ਤੇ ਹੱਥ ਰੱਖਣ ਦੀ
ਤੇ ਇਸ ਤਰ੍ਹਾਂ ਯੂ ਆਰ ਨਾਓ ਯੂ ਨੋ ਵਟ ਮੈਂ ਕਿਹੜਾ ਮੈਸੇਜ ਤੁਹਾਨੂੰ ਦੇਣਾ ਚਾਹੁੰਦੀ ਹਾਂ। ਹੁਣ ਕੁਐਸਚਨ ਹੈ ਬਿਫੋਰ ਆਈ ਐਂਡ ਕਿ ਕਿਹੜਾ ਗੋਸਪਲ ਹੈ ਜਿਹੜਾ ਤੁਹਾਨੂੰ ਅੱਗੇ ਵਧਾਏਗਾ, ਗਰੋ ਕਰੇਗਾ? ਤੁਸੀਂ ਕਿਹੜੇ ਗੋਸਪਲ ਨਾਲ ਅੱਗੇ ਵਧੋਗੇ? ਮਸੀਹ ਦਾ, ਮਸੀਹ ਨੂੰ ਤੁਸੀਂ ਮਸੀਹ ਨੂੰ ਦਾ ਗੋਸਪਲ ਤੁਸੀਂ ਪ੍ਰੀਚ ਕਰੋਗੇ ਜਾਂ ਪ੍ਰੀਚ ਸੁਣੋਗੇ। ਤੇ ਕਿਉਂਕਿ ਮਸੀਹ ਮਸੀਹ ਦਾ ਪ੍ਰਚਾਰ ਤੁਸੀਂ ਕਰੋਗੇ। ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ, ਮਸੀਹ ਸਵਰਗੀ ਥਾਵਾਂ ਦੇ ਆਪਣੇ ਫਾਦਰ ਦੇ ਗੋਡ ਦੇ ਨਾਲ ਸਵਰਗੀ ਥਾਵਾਂ ਦੇ ਉੱਤੇ ਰਾਈਟ ਸਾਈਡ ਦੇ ਉੱਤੇ ਬਿਰਾਜਮਾਨ ਹੈ। ਮਸੀਹ ਮਹਿਮਾ ਵਿੱਚ ਹੈ, ਮਸੀਹ ਪਰਮੇਸ਼ਵਰ ਵਿੱਚ ਹੈ, ਮਸੀਹ ਪਰਮੇਸ਼ਵਰ ਉਹਦੇ ਵਿੱਚ ਹੈ, ਮਸੀਹ ਪਰਮੇਸ਼ਵਰ ਦਾ ਪੁੱਤਰ ਹੈ। ਅਸੀਂ ਮਸੀਹ ਦੇ ਨਾਲ ਵਾਰਿਸ ਕਰਦੇ ਆ, ਸਾਡਾ ਹਿੱਸਾ ਉਹਨਾਂ ਦੇ ਨਾਲ। ਅਸੀਂ ਹੁਣ ਪਾਪ ਵਿੱਚ ਨਹੀਂ ਹਾਂ, ਅਸੀਂ ਹੁਣ ਦੁਨੀਆ ਵਿੱਚ ਨਹੀਂ ਹਾਂ, ਅਸੀਂ ਪਾਪੀ ਨਹੀਂ ਹਾਂ, ਅਸੀਂ ਸਰੀਰ ਵਿੱਚ ਨਹੀਂ ਹਾਂ, ਅਸੀਂ ਆਤਮਾ ਵਿੱਚ ਹਾਂ। ਪਵਿੱਤਰ ਆਤਮਾ ਸਾਡੇ ਅੰਦਰ ਹੈ। ਅੰਡਰਸਟੈਂਡ? ਹੁਣ ਅਸੀਂ ਪ੍ਰੇ ਕਰ, ਅੱਛਾ ਕੋਈ 6 ਮਹੀਨੇ ਤੋਂ 1 ਮਹੀਨੇ ਤੋਂ ਸਾਲ ਤੋਂ 2 ਸਾਲ ਤੋਂ 5 ਸਾਲ 10 ਸਾਲ ਤੋਂ ਚਰਚ ਜਾ ਰਿਹਾ, ਲੇਕਿਨ ਉਹਨੂੰ ਮਸੀਹ ਦੇ ਬਾਰੇ ਪਤਾ ਨਹੀਂ ਹੈ, ਉਹਨੂੰ ਪ੍ਰਕਾਸ਼ ਨਹੀਂ ਹੋਇਆ। ਤਾਂ ਅਸੀਂ ਮਿਲ ਕੇ, ਤੁਸੀਂ ਤੇ ਅਸੀਂ ਮਿਲ ਕੇ ਉਸ ਜਿਹੜਾ ਨਵਾਂ ਬੰਦਾ ਹੈ ਜਿਸ ਨੂੰ ਨੌਲੇਜ ਨਹੀਂ ਹੈ ਉਸਨੂੰ ਅਸੀਂ ਸਿਖਾਣਾ ਹੈ। ਓਕੇ, ਹੁਣ ਅਸੀਂ ਪ੍ਰੇ ਕਰਾਂਗੇ। ਵੀ ਆਰ ਡਨ। ਤੇ ਇਸ ਤਰ੍ਹਾਂ ਕਰਾਂਗੇ, ਅਸੀਂ ਇਕੱਠੇ ਪ੍ਰੇ ਕਰਾਂਗੇ। ਤੁਸੀਂ ਖੜੇ ਹੋ ਜਾਓ। ਤੁਸੀਂ ਬਹੁਤ ਬਹੁਤ ਜ਼ਿਆਦਾ ਬਲੈਸਡ ਹੈਗੇ ਹੋ ਕਿ ਤੁਹਾਨੂੰ ਮੁਕਤੀ ਮਿਲ ਗਈ। ਤੁਹਾਨੂੰ ਪਰਮੇਸ਼ਵਰ ਨੇ ਤੁਹਾਨੂੰ ਹੁਣ ਕੋਈ ਪਰੇਸ਼ਾਨੀ ਨਹੀਂ ਹੈ। ਤੁਸੀਂ ਸਰੀਰ ਦੇ ਵਿੱਚ ਗੈਰ ਹਾਜ਼ਰੀ ਹੋਣ ਦਾ ਮਤਲਬ ਹੈ ਤੁਸੀਂ ਪਰਮੇਸ਼ਵਰ ਵਿੱਚ ਮੌਜੂਦ ਹੋਵੋਗੇ। ਜਿਹੜੇ ਤੁਸੀਂ ਟੰਗਸ ਵਿੱਚ ਪ੍ਰੇ ਕਰਦੇ ਹੋ, ਤੁਸੀਂ ਟੰਗਸ ਵਿੱਚ ਪ੍ਰੇ ਕਰੋ। ਤੁਸੀਂ ਥੈਂਕ ਯੂ ਬੋਲਣਾ। ਅਸੀਂ ਪਰਮੇਸ਼ਵਰ, ਮੈਂ ਤੁਹਾਨੂੰ ਲੀਡ ਕਰਾਂਗੀ, ਤੁਸੀਂ ਪ੍ਰੇ ਕਰੋਗੇ। ਤੁਸੀਂ ਬੋਲੋ ਪਰਮੇਸ਼ਵਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਆਪੇ ਪ੍ਰੇ ਕਰੋ, ਅੱਖਾਂ ਬੰਦ ਕਰੋ। ਪ੍ਰਭੂ ਪਰਮੇਸ਼ਵਰ ਤੇਰਾ ਧੰਨਵਾਦ ਹੈ, ਮੈਨੂੰ ਤੁਸੀਂ ਬਚਾਉਣ ਲਈ ਤੁਹਾਡਾ ਧੰਨਵਾਦ ਹੈ। ਮੇਰੇ ਦਿਲ ਨਾਲ ਗੱਲ ਕਰਨ ਲਈ ਮੈਨੂੰ ਬਚਾਇਆ ਤੇ ਤੁਹਾਡਾ ਸ਼ੁਕਰਗੁਜ਼ਾਰ ਕਰਦਾ ਜਾਂ ਧੰਨਵਾਦ ਕਰਦਾ। ਮੇਰੇ ਕੋਲ ਹੁਕਮ ਹੈ ਕਿ ਮੈਂ ਦੂਜਿਆਂ ਨੂੰ ਬਚਾ ਸਕਾਂ ਤੇ ਮੈਨੂੰ ਤੁਸੀਂ ਕਮਿਸ਼ਨ ਦਿੱਤੀ ਹੈ। ਪ੍ਰੇਜ਼ ਗॉड, ਤੁਸੀਂ ਮੈਨੂੰ ਬਚਾਉਣ ਲਈ, ਮੈਨੂੰ ਦੂਸਰਿਆਂ ਨੂੰ ਬਚਾਉਣ ਵਾਸਤੇ ਮੈਨੂੰ ਬਚਾ ਲਿਆ। ਮੈਂ ਤੁਹਾਨੂੰ ਮਹਿਮਾ ਦਿੰਦਾ ਹਾਂ। ਮੈਂ ਤੁਹਾਨੂੰ ਯਿਸੂ ਦੇ ਨਾਮ ਵਿੱਚ ਸਨਮਾਨ ਦਿੰਦਾ ਹਾਂ। ਮੈਂ ਤੁਹਾਡੇ ਤੋਂ ਇੱਕ ਆਦੇਸ਼ ਸੁਣਿਆ ਤੁਹਾਡੀ ਰੀਸ ਕਰਨ ਲਈ, ਤੇ ਉਸ ਆਦੇਸ਼ ਲਈ ਤੁਹਾਡਾ ਧੰਨਵਾਦ ਕਰਦਾ ਵਾਂ। ਮੈਂ ਤੁਹਾਡੇ ਨਕਲ ਕਰਨ ਦਾ ਇਕਬਾਲ ਕਰਦਾ ਵਾਂ। ਮੈਂ ਪ੍ਰੇਜ਼ ਗॉड, ਮੈਨੂੰ ਅੰਨਾਪਨ ਦੂਰ ਹੋ ਗਿਆ, ਮੈਨੂੰ ਆਜ਼ਾਦ ਕੀਤਾ ਤੁਸੀਂ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਯਿਸੂ ਦੇ ਲਹੂ ਦੇ ਹੇਠਾਂ ਟਕਿਆ ਹੋਇਆ ਵਾਂ। ਤੇ ਪਰਮੇਸ਼ਵਰ ਕਹਿੰਦੇ ਆਕਾਸ਼ ਤੇ ਧਰਤੀ ਟਲ ਜਾਵੇਗੀ ਪਰ ਮੇਰੇ ਬਚਨ ਕਦੀ ਨਹੀਂ ਟਲਣਗੇ। ਤੇ ਅਤੇ ਸਾਨੂੰ ਅੰਧਕਾਰ ਤੇ ਵਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ। ਪ੍ਰੇਜ਼ ਗॉड। ਸਿਖਾਰਾ ਮਹਾਨਾ ਮਹਾਤੀਆ ਰਾਹੋ ਰਾਹੋ। ਉਹ ਆਪਣਾ ਬਚਨ ਕੱਲ ਕੇ ਉਹਨਾਂ ਨੇ ਸਾਨੂੰ ਚੰਗਾ ਕੀਤਾ ਤੇ ਸਾਨੂੰ ਤਬਾਹੀ ਤੋਂ ਬਚਾਇਆ। ਸਿਖਾਰਾ ਮਹਾਨਾ ਮਹਾਤਾ ਹੋ ਰਾ ਹਰੀਆ ਰਾਹੋ। ਥੈਂਕ ਯੂ ਫਾਦਰ, ਥੈਂਕ ਯੂ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਹੁਣ ਕਲੀਸਿਆ ਵਾਸਤੇ ਪ੍ਰੇ ਕਰਦੀ ਹਾਂ ਕਿ ਯਿਸੂ ਦੇ ਨਾਮ ਤੇ ਪਿਤਾ ਜੀ, ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਇਸ ਚਰਚ ਉੱਤੇ ਆਪਣੀ ਮਹਾਨ ਕਿਰਪਾ ਡੋਲ ਦਿਓ ਅਤੇ ਸਾਨੂੰ ਆਪਣੇ ਅੰਦਰਲੇ ਮਨੁੱਖ ਵਿੱਚ ਆਪਣੀ ਆਤਮਾ ਦੁਆਰਾ ਤਾਕਤ ਨਾਲ ਮਜ਼ਬੂਤ ਕਰੋ, ਤਾਂ ਜੋ ਮਸੀਹ ਵਿਸ਼ਵਾਸ ਦੁਆਰਾ ਸਾਡੇ ਦਿਲਾਂ ਵਿੱਚ ਵਸੇ ਕਿ ਅਸੀਂ ਪਿਆਰ ਵਿੱਚ ਜੜਾ ਪਾਈਏ ਤੇ ਸਾਰੇ ਸੰਤਾਂ ਨਾਲ ਇਹ ਸਮਝਣ ਦੇ ਯੋਗ ਹੋਵਾਂਗੇ ਕਿ ਚੌੜਾਈ, ਲੰਬਾਈ, ਕੁਟਾਈ ਤੇ ਉਚਾਈ ਕੀ ਹੈ। ਮਸੀਹ ਦੇ ਪਿਆਰ ਨੂੰ ਜਾਣਨ ਲਈ
ਤਾਂ ਜੋ ਅਸੀਂ ਪਰਮੇਸ਼ਵਰ ਦੀ ਸਾਰੀ ਸੰਪੂਰਨਤਾ ਨਾਲ ਭਰਪੂਰ ਹੋ ਸਕੀਏ। ਮੈਂ ਵਿਸ਼ਵਾਸ ਵਿੱਚ ਪ੍ਰਾਰਥਨਾ ਕਰਦੀ ਹਾਂ, ਵਿਸ਼ਵਾਸ ਕਰਦੇ ਹੋਏ ਅਸੀਂ ਪ੍ਰਾਪਤ ਕਰਦੇ ਹਾਂ ਯਿਸੂ ਦੇ ਨਾਮ ਵਿੱਚ, ਆਮੇਨ। ਜਿਹੜੇ by your stripes you are healed, ਤੁਸੀਂ ਪਰਮੇਸ਼ਵਰ ਜਿਹੜੇ ਨੂੰ ਹੀਲਿੰਗ ਚਾਹੀਦੀ ਹੈ, be healed in Jesus name, in Jesus name, praise God। ਇਹ ਤਾਂ ਹੋ ਗਿਆ ਜਿਹੜੇ ਨਵੇਂ ਬੰਦਿਆਂ ਵਾਸਤੇ ਬਹੁਤ ਇੰਪੋਰਟੈਂਟ ਇੱਕ ਮੈਂ ਪ੍ਰੇ ਕਰਨਾ ਚਾਹਾਂਗੀ। ਤੁਸੀਂ ਹੁਣ ਬੈਠ ਸਕਦੇ ਹੋ। ਥੈਂਕ ਯੂ ਫਾਦਰ, ਥੈਂਕ ਯੂ ਫਾਦਰ। ਹੁਣ ਮੈਂ ਕੋਈ ਨਵਾਂ ਬੰਦਾ ਅੱਜ ਆਇਆ ਜਿਹੜਾ ਕਿ ਪਹਿਲੀ ਵਾਰੀ ਆਇਆ ਹੋਵੇ। ਅੱਛਾ, ਜੇ ਕਿਸੇ ਨੇ ਯਿਸੂ ਮਸੀਹ ਨੂੰ ਗ੍ਰਹਿਣ ਨਹੀਂ ਕੀਤਾ ਹੋਵੇ ਪਹਿਲੇ, ਅੱਜ ਤੁਸੀਂ ਯਿਸੂ ਮਸੀਹ ਨੂੰ ਗ੍ਰਹਿਣ ਕਰਨਾ ਚਾਹੁੰਦੇ, ਤੁਸੀਂ ਹੱਥ ਉੱਤੇ ਕਰੋ, ਤੁਸੀਂ ਹੱਥ ਕਰੋ, ਮੈਂ ਤੁਹਾਡੇ ਵਾਸਤੇ ਪ੍ਰੇ ਕਰਾਂਗੀ। ਅੱਛਾ, ਫਿਰ ਇੱਕ ਹੋਰ ਬੰਦਾ ਹੈ ਜਿਹੜਾ ਕਹਿੰਦਾ ਹੈ ਕਿ ਮੈਂ ਯਿਸੂ ਮਸੀਹ ਨੂੰ ਐਕਸੈਪਟ ਕੀਤਾ ਸੀ, ਲੇਕਿਨ ਮੈਨੂੰ ਪਤਾ ਨਹੀਂ ਹੈ ਕਿ ਮੈਂ ਸੇਵ ਹੋਇਆ ਕਿ ਨਹੀਂ ਹੋਇਆ, ਡਾਊਟ ਹੈਗਾ। ਉਹ ਹੱਥ ਖੜਾ ਕਰੋ, ਮੈਂ ਤੁਹਾਡੇ ਵਾਸਤੇ ਪ੍ਰੇ ਕਰਾਂਗੀ। ਫਿਰ ਇੱਕ ਹੋਰ ਬੰਦਾ ਇਹ ਕਹਿੰਦਾ ਹੈ, ਮਾਇਆ ਭੈਣ ਜੀ ਕਹਿੰਦੇ ਨੇ, ਸਿਸਟਰ ਜਾਂ ਬ੍ਰਦਰ ਕਹਿੰਦੇ, ਮੈਨੂੰ ਪਤਾ ਨਹੀਂ ਲੱਗਦਾ, ਮੇਰੀ ਬਾਡੀ ਵਿੱਚ ਕੋਈ ਬਿਮਾਰੀ ਹੈ ਵੀ ਨਹੀਂ ਹੈ ਔਰ ਹੈ ਵੀ ਹੈ, ਕੁਝ ਦੱਬਿਆ ਜਾਂਦਾ ਹੈ, ਕੁਝ ਸਮਝ ਨਹੀਂ ਆਉਂਦੀ, ਕਦੀ ਮੈਂ ਠੀਕ ਹੋ ਜਾਣਾ, ਕਦੀ ਕੁਝ ਹੋ ਜਾਂਦਾ ਹੈ, ਜਾਂ ਮੈਨੂੰ ਗਲਤ ਖਿਆਲ ਆਉਂਦੇ ਨੇ, ਤੇ ਉਹ ਵੀ ਹੱਥ ਖੜਾ ਕਰੋ, ਮੈਂ ਤੁਹਾਡੇ ਵਾਸਤੇ ਪ੍ਰੇ ਕਰਾਂਗੀ। ਤੇ ਇੱਕ ਕੋਈ ਹੋਰ ਬੰਦਾ ਇੱਕ ਬੋਲਦਾ ਹੈ, ਮੈਂ ਨਿਰਾਸ਼ ਹਾਂ। ਵੈਰੀ ਗੁੱਡ, ਥੈਂਕ ਯੂ। ਜਿਨ੍ਹਾਂ ਨੇ ਹੱਥ ਖੜਾ ਕੀਤਾ ਮੈਂ ਉਹਨਾਂ ਨੂੰ ਥੈਂਕ ਯੂ ਬੋਲਦੀ ਹਾਂ। ਮੈਂ ਤੁਹਾਨੂੰ ਤੁਹਾਡੀ ਹਿੰਮਤ ਹੈ ਕਿ ਤੁਸੀਂ ਆਪਣੇ ਆਪ ਨੂੰ ਡਿਨਾਈ ਕਰ ਰਹੇ ਹੋ। ਤੁਸੀਂ ਕਹਿੰਦੇ ਮੈਂ ਹੋਪਲੈਸ, ਨਿਰਾਸ਼ ਹਾਂ, ਮੈਨੂੰ ਕੁਝ ਸਮਝ ਨਹੀਂ ਆਉਂਦੀ, ਤੁਸੀਂ ਹੱਥ ਖੜਾ ਕਰੋ, ਮੈਂ ਤੁਹਾਡੇ ਵਾਸਤੇ ਪ੍ਰੇ ਕਰਾਂਗੀ। ਤੇ ਫਿਰ ਮੈਨੂੰ ਹੋਰ ਇੱਕ ਬੰਦਾ ਬੋਲਦਾ, ਮੈਨੂੰ ਕੁਝ ਸੁਣ ਹੀ ਨਹੀਂ ਰਿਹਾ ਸੀ, ਮੈਂ ਜੋ ਤੁਸੀਂ ਬੋਲਿਆ ਮੈਨੂੰ ਕੁਝ ਸਮਝ ਨਹੀਂ ਆਈ, ਤੇ ਪਰ ਮੈਂ ਪ੍ਰੇ ਕਰਾਉਣਾ ਚਾਹੁੰਦਾ। ਉਹ ਹੱਥ ਖੜਾ ਕਰੋ, ਮੈਂ ਤੁਹਾਡੇ ਵਾਸਤੇ ਪ੍ਰੇ ਕਰਾਂਗੀ। ਥੈਂਕ ਯੂ। ਜਿਹੜਾ ਵੀ ਬੰਦਾ ਹੱਥ ਖੜਾ ਕਰ ਰਿਹਾ, ਥੈਂਕ ਯੂ। ਤੇ ਕੋਈ ਬੰਦਾ ਹੋਰ ਭੈਣ ਜਾਂ ਭਰਾ ਹੱਥ ਨਹੀਂ ਖੜਾ ਕਰ ਰਿਹਾ ਕਿਉਂਕਿ ਉਹ ਸੋਚਦਾ ਕਿ ਮੈਨੂੰ ਸ਼ਰਮ ਆਉਂਦੀ ਹੈ, ਮੈਂ ਹੱਥ ਨਹੀਂ ਖੜਾ ਕਰਦਾ, ਤੇ ਬਾਅਦ ਵਿੱਚ ਤੇ ਪ੍ਰੇ ਹੋਣਾ ਹੀ ਹੈ ਸਾਰਿਆਂ ਵਾਸਤੇ, ਤੇ ਉਹਦੇ ਵਿੱਚ ਹੀ ਮੇਰਾ ਹੋ ਜਾਏਗਾ। ਨਹੀਂ, ਸ਼ੈਤਾਨ ਤੁਹਾਨੂੰ ਇਹ ਕਹਿ ਰਿਹਾ ਦਿਮਾਗ ਵਿੱਚ, ਸ਼ੈਤਾਨ ਝੂਠਾ ਹੈ, ਉਹ ਚੋਰ ਹੈ, ਉਹ ਕਦੀ ਨਹੀਂ ਬਦਲੇਗਾ। ਤੁਸੀਂ ਹੱਥ ਖੜਾ ਕਰੋ, ਤੁਸੀਂ ਪਰਮੇਸ਼ਵਰ ਨੂੰ ਦੱਸ ਰਹੇ ਹੋ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਤੇ ਸਭ ਤੋਂ ਅੱਛਾ ਹੋਏਗਾ ਤੁਸੀਂ ਜਿੰਨੇ ਵੀ ਅੱਗੇ ਜਿਨ੍ਹਾਂ ਨੇ ਹੱਥ ਖੜਾ ਕੀਤਾ ਉਹ ਅੱਗੇ ਆ ਜਾਓ, ਮੈਂ ਤੁਹਾਡੇ ਵਾਸਤੇ ਪ੍ਰੇ ਕਰਾਂਗੀ। ਤੁਸੀਂ ਆਪਣੇ ਜੀਵਨ ਦਾਤਾ ਦੇ ਕੋਲ ਆ ਰਹੇ ਹੋ, ਤੁਸੀਂ ਜੀਵਨ ਦੇਣ ਵਾਲੇ ਦੇ ਕੋਲ ਆ ਰਹੇ ਹੋ। ਪਰਮੇਸ਼ਵਰ ਦਾ ਪਿਆਰ ਤੁਹਾਨੂੰ ਇੰਤਜ਼ਾਰ ਕਰ ਰਿਹਾ ਹੈ, ਪਰਮੇਸ਼ਵਰ ਦਾ ਪਿਆਰ ਤੁਹਾਨੂੰ ਬੁਲਾ ਰਿਹਾ ਹੈ, ਤੁਸੀਂ ਅੱਗੇ ਆਓ। ਤੇ ਜਿੰਨੇ ਹੱਥ ਖੜਾ ਕੀਤਾ, ਜਿੰਨੇ ਪ੍ਰਾਰਥਨਾ ਕਰਾਣੀ ਉਹ ਅੱਗੇ ਆ ਸਕਦਾ। ਹਾਂ, ਕਰਾਣੀ ਉਹ ਅੱਗੇ ਆ ਸਕਦਾ। ਅੱਛਾ, ਕੋਈ ਬੰਦਾ ਇਹ ਕਹਿ ਰਿਹਾ ਕਿ ਮੈਂ ਠੀਕ ਨਹੀਂ ਆ, ਮੈਨੂੰ ਕੋਈ ਧੱਕਾ ਲਗਾਉਂਦਾ ਹੈ, ਰਾਤ ਵੇਲੇ ਡਿਫਰੈਂਟ ਹੁੰਦਾ ਹੈ, ਸਵੇਰ ਵੇਲੇ ਡਿਫਰੈਂਟ ਹੁੰਦਾ ਹੈ, ਮੈਂ ਪ੍ਰਾਰਥਨਾ ਕਰਾਣੀ ਹੈ, ਤੇ ਤੁਸੀਂ ਅੱਗੇ ਆ ਜਾਓ, ਆਲਟਰ ਤੇ ਅੱਗੇ ਆ ਜਾਓ। ਤੇ ਜਾਂ ਜਿਹੜਾ ਅੱਜ ਪਹਿਲੀ ਵਾਰੀ ਇੱਥੇ ਆਇਆ ਹੈ ਉਹ ਪ੍ਰਾਰਥਨਾ ਕਰਾਉਣਾ ਚਾਹੁੰਦਾ ਹੈ, ਤੇ ਅੱਗੇ ਆ ਜਾਓ। ਥੈਂਕ ਯੂ। ਤੁਸੀਂ ਲੋਕ ਬੜੀ ਹਿੰਮਤ ਕਰਕੇ ਅੱਗੇ ਆਏ ਹੋ, ਤੁਸੀਂ ਦਲੇਰੀ ਦਿਖਾਈ ਹੈ ਤੇ ਆਪਣੇ ਆਪ ਨੂੰ ਇਨਕਾਰ ਕੀਤਾ ਹੈ, ਲੇਕਿਨ ਪਰਮੇਸ਼ਵਰ ਕਹਿੰਦੇ ਨੇ, ਤੁਸੀਂ ਯਿਸੂ ਮਸੀਹ ਕਹਿੰਦੇ ਕਿ ਤੁਸੀਂ ਮੇਰੇ ਕੋਲ ਆਏ ਹੋ, ਮੈਂ ਤੁਹਾਨੂੰ ਸਵੀਕਾਰ ਕਰਦਾ ਵਾਂ, ਮੈਂ ਤੁਹਾਡਾ ਸਵਾਗਤ ਕਰਦਾ ਵਾਂ। ਤਾਂ ਹੁਣ ਤੁਸੀਂ ਜਿੰਨੇ ਵੀ ਸਾਹਮਣੇ ਆਏ ਆ, ਤੁਸੀਂ ਮੇਰੇ ਪਿੱਛੇ ਰਿਪੀਟ ਕਰੋ। ਹੋਰ ਕੋਈ ਆਣਾ ਚਾਹੇ ਆ ਸਕਦੇ ਹੋ ਤੁਸੀਂ, ਇਹ ਬਹੁਤ ਅੱਛਾ ਹੈ ਆਣਾ, ਕੋਈ ਸ਼ਰਮ ਕਰਨ ਦੀ ਲੋੜ ਨਹੀਂ। ਬੋਲੋ ਮੇਰੇ ਪਿੱਛੇ, ਬੋਲੋ, ਪਰਮੇਸ਼ਵਰ ਪਿਤਾ, ਮੈਂ ਧੰਨਵਾਦ ਕਰਦਾ ਹਾਂ, ਤੁਸੀਂ ਮੈਨੂੰ ਬਹੁਤ ਪਿਆਰ ਕੀਤਾ,
मैनू अपने कोल ले आउंदा। मैं एक पापी हाँ, मैं निराश हाँ, मैं शक्तिहीन हाँ, मैं शक्तिहीन हाँ, मैं हृदय विच मेरे हृदय विच आ जाओ, मेरे हृदय विच आ जाओ, मेरे सारे पाप, मेरे सारे पाप, मेरे सारे नुक्स, मेरे सारे नुक्स, मेरियां कमजोरियां मेरियां कमजोरियां नू तोड़ दियो, नू तोड़ अते मैनू बचाओ। मैनू बचाओ, मैनू अपने पवित्र आत्मा नाल भर दियो। मैनू अपने पवित्र आत्मा नाल भर दिओ। अज तो मैनू जीवन बच्चा बनाओ। मैं अज तो मैनू जायज बच्चा बनाओ। मैनू स्वीकार करन लई यीशु दे नाम विच धन्नवाद करदा हां। ओके दैट्स इट। ਇਹ ਪ੍ਰਾਰਥਨਾ ਤੁਸੀਂ ਛੋਟੀ ਤੇ ਸ਼ਕਤੀਸ਼ਾਲੀ ਕੀਤੀ ਹੈ। ਹੁਣ ਮੈਂ ਤੁਹਾਨੂੰ ਪ੍ਰੇ ਕਰਨ ਜਾ ਰਹੀ ਹਾਂ। ਤੁਹਾਡੇ ਤੇ ਹੱਥ ਥੱਲੇ ਕਰ ਦਿਓ, ਤੁਸੀਂ ਅੱਖਾਂ ਬੰਦ ਕਰੋ ਤੇ ਤੁਸੀਂ ਲਿਸਨ ਕਰੋ, ਤੁਸੀਂ ਸੁਣੋ ਮੈਂ ਕੀ ਬੋਲ ਰਹੀ ਹਾਂ ਤੇ ਤੁਸੀਂ ਉਸ ਨੂੰ ਰਿਸੀਵ ਕਰਨਾ ਹੈ, ਹਨਾ। ਹੱਥ ਖੜਾ ਕਰਨ ਦੀ ਲੋੜ ਨਹੀਂ ਹੈ ਭੈਣ ਜੀ। ਤੁਸੀਂ ਸੁਣੋ। ਹੁਣ ਮੈਂ ਤੁਹਾਡੇ ਵਾਸਤੇ ਪ੍ਰੇ ਕਰ ਰਹੀ ਹਾਂ। ਪਿਤਾ ਪਰਮੇਸ਼ਵਰ ਦੇ ਅੱਗੇ ਮੈਂ ਆਪਣੇ ਭੈਣ ਭਰਾਵਾਂ ਨਾਲ ਆਉਂਦੀ ਹਾਂ। ਅਸੀਂ ਇਕਬਾਲ ਕੀਤਾ ਕਿ ਪ੍ਰਾਰਥਨਾ ਕੀਤੀ, ਤੁਸੀਂ ਸੁਣਿਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਹਨਾਂ ਨੂੰ ਆਪਣੇ ਧੀਆਂ ਪੁੱਤਰ ਬਣਾਉਣ ਵਾਸਤੇ ਅਤੇ ਤੁਸੀਂ ਇਹਨਾਂ ਨੂੰ ਐਕਸੈਪਟ ਕੀਤਾ। ਤੁਸੀਂ ਇੱਕ ਇੱਕ ਨੂੰ ਪੂਰੀ ਡੀਟੇਲ ਵਿੱਚ ਜਾਣਦੇ ਹੋ। ਪਰਮੇਸ਼ਵਰ ਪਿਤਾ ਅੱਜ ਤੋਂ ਤੁਸੀਂ ਇਹਨਾਂ ਨੂੰ ਦਿਖਾਓ ਕਿ ਉਹ ਤੁਹਾਡੇ ਧੀਆਂ ਪੁੱਤਰ ਹਨ। ਤੁਸੀਂ ਇਹਨਾਂ ਨੂੰ ਆਪਣੇ ਕੋਲ ਸੱਦਿਆ ਤੇ ਉਹਨਾਂ ਤੇ ਕਿਰਪਾ ਕਰੋ। ਕੋਈ ਵੀ ਤੁਹਾਡੇ ਹੱਥੋਂ ਇਹਨਾਂ ਨੂੰ ਖੋ ਨਹੀਂ ਸਕਦਾ। ਮੈਂ ਘੋਸ਼ਣਾ ਕਰਦੀ ਹਾਂ ਤੇ ਹੁਕਮ ਦਿੰਦੀ ਹਾਂ, ਅੱਜ ਤੋਂ ਇਹਨਾਂ ਵਿੱਚੋਂ ਪਾਪ ਦਾ ਤੇ ਅਨਰਾਈਚਸਨੈਸ ਦਾ ਸਵਾਦ ਖਤਮ ਹੋ ਜਾਵੇ। ਅੱਜ ਤੋਂ ਪਹਿਲਾਂ ਜਿਹੜੇ ਸ਼ੈਤਾਨ ਦੁਆਰਾ ਜ਼ੁਲਮ ਕੀਤਾ ਗਿਆ ਸੀ, ਉਹਨਾਂ ਦੇ ਸਰੀਰ ਵਿੱਚ ਬਿਮਾਰੀ ਤੇ ਮੈਡੀਕਲ ਰਿਪੋਰਟ ਮੈਂ ਹੁਣ ਉਹਨਾਂ ਉੱਤੇ ਤੁਹਾਡੀ ਹੀਲਿੰਗ ਪਾਵਰ ਬੋਲਦੀ ਹਾਂ। ਉਹਨਾਂ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਚੰਗਾ ਹੋਣ ਦਾ ਹੁਕਮ ਦਿੰਦੀ ਹਾਂ। ਚਰਚ ਕਿਸੇ ਨੇ ਇਹਨਾਂ ਤੇ ਕਰਸ ਕੀਤਾ, ਮੈਂ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਦਿੰਦੀ ਹਾਂ ਕਿ ਉਹ ਤਰੱਕੀ ਕਰਨਗੇ। ਜੋ ਵੀ ਅੱਜ ਕੰਮ ਕਰਨਗੇ ਅੱਜ ਤੋਂ ਬਾਅਦ ਉਹਨਾਂ ਨੂੰ ਸੁਪਰਨੈਚੁਰਲ ਤਰੱਕੀ ਮਿਲੇਗੀ। ਜਿਵੇਂ ਚਰਚ ਵੱਧਦਾ ਹੈ ਉਹ ਵੀ ਅਧਿਆਤਮਿਕ ਤੌਰ ਤੇ ਵਧਣਗੇ। ਮੈਂ ਇਹਨਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੀ ਹਾਂ ਸਾਡੇ ਯਿਸੂ ਮਸੀਹ ਦੇ ਆਉਣ ਤੱਕ। In the name of Jesus, in the name of Jesus, amen. ਵਧਾਈ, blessing, ਤੁਸੀਂ ਅੱਜ ਪਿਤਾ ਪਰਮੇਸ਼ਵਰ ਦੀ ਫੈਮਿਲੀ ਵਿੱਚ ਐਕਸੈਪਟ ਹੋ ਗਏ। ਤੁਹਾਨੂੰ ਬਹੁਤ ਮੁਬਾਰਕਾਂ, ਵਧਾਈ। Glory to God. I praise you. I glorify you, Lord. You are the Lord of Lord. Thank you, Lord. Thank you. Thank you. Okay. We are done. Thank you so much for your wonderful message you have delivered. ਬੜਾ ਧੰਨਵਾਦ ਕਰਦੇ ਹਾਂ। ਪ੍ਰਭੂ ਤੁਹਾਨੂੰ ਹੋਰ ਵਧਾਵੇ ਔਰ ਅਸੀਂ ਵਿਸ਼ਵਾਸ ਕਰਦੇ ਹਾਂ, ਅਸੀਂ ਵਿਟਨੈਸ ਹਾਂ। ਕਿੰਨੇ ਜਣਿਆਂ ਨੂੰ ਅੱਜ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਇਸ ਵਚਨ ਦੇ ਦੁਆਰਾ? ਆਪਣਾ ਹੱਥ ਖੜਾ ਕਰਕੇ ਦੱਸੋ। Praise God. Praise God. God is so good. His mercies endures forever. Amen. Yeah. ਚਲੋ ਫਿਰ next week ਮਿਲਾਂਗੇ ਤੇ ਥੋੜਾ ਹੋਰ ਤੁਹਾਨੂੰ ਅੱਗੇ ਲੈ ਕੇ ਜਾਵਾਂਗੀ। ਅੱਜ ਜੋ ਵੀ ਸਿਖਾਇਆ ਉਸ ਤੋਂ ਥੋੜਾ ਜ਼ਿਆਦਾ ਹੋਰ ਸਪਸ਼ਟ ਰੂਪ ਵਿੱਚ ਲੈ ਕੇ ਜਾਵਾਂਗੀ। ਆਮੀਨ। ਥੈਂਕ ਯੂ ਮਾਸਟਰ ਜੀ। ਥੈਂਕ ਯੂ। ਅਸੀਂ ਕੋਈ ਕਲਾਸ 'ਚ ਗੀਤ ਗਾ ਰਹੇ ਹਾਂ ਤੇ
ਤੁਸੀਂ ਸੁਣਨਾ ਚਾਹੋਗੇ ਸੁਣ ਸਕਦੇ ਹੋ। ਅਸੀਂ ਭਜਨ ਗਾ ਰਹੇ ਹਾਂ ਤੇ ਸਾਡੇ ਨਾਲ ਜੁੜੇ ਰਹਿਣਾ ਚਾਹੁੰਦੇ ਤਾਂ ਜੁੜ ਸਕਦੇ ਹੋ। ਅਸੀਂ ਭਜਨ ਗਾ ਰਹੇ ਹਾਂ ਕਲਾਸ ਉਸ ਤੋਂ ਬਾਅਦ। ਓਕੇ ਓਕੇ। धन्यवाद यीशु। हालेलुया हालेलुया। थैंक यू फादर। ਤੁਹਾਨੂੰ ਪਿਆਨੋ ਦੀ ਆਵਾਜ਼ ਆ ਰਹੀ ਹੈ? जीवन मिलया मिलया आशीष ठहरी ठहरी बरकत आई आई है खुदा। जीवन मिलया मिलया आशीष ठहरी ठहरी बरकत आई है खुदा। जीवन मिलया मिलया आशीष ठहरी ठहरी बरकत आई है खुदा। बंधन टूट गए गम भी मुक गए अथरू सुख गए खुदा। बंधन टूट गए गम भी मुक गए अथरू सुख गए खुदा। आइए जीवन मिले ठहरी ठहरी बरकत आई है खुदा। जीवन मिलया मिलया आशीष ठहरी ठहरी बरकत आई मेरे नाल नाल चलता। मेरे दुख सुख दा साझी मेरे नाल नाल चलता। ना मैं अकना अकना ना मैं थकना थकना करा के महिमा महिमा है खुदा। ना मैं अकना अकना मैं थकना थकना करा के महिमा महिमा है खुदा। टूट गए गम भी मुक गए सुख गए खुदा। जीवन मिलया मिलया आशीष ठहरी ठहरी बरकत आई है खुदा। ईमान जो मैं करया पल्ला यीशु दा फड़या। ईमान जो मैं करया पल्ला यीशु दा फड़या। उन्हें तरस मेरे ते था मैनू चंगा भी करया। उन्हें तरस मेरे ते था मैनू चंगा भी करया। चाहते चढ़ गए बेबी कर गए दुश्मन हर गए खुदा। चाहते चढ़ गए बेबी कर गए दुश्मन हर गए खुदा। वो जीवन मिलया मिलया आशीष ठहरी ठहरी बरकत आई है खुदा। बरकत आई है खुदा। बरकत आई है खुदा। बरकत आई है खुदा। हालेलुया हालेलुया हालेलुया। बहुत अच्छा गाते हो तुसी। थैंक यू। Very good.
ਓਕੇ ਤੁਸੀਂ ਕੁਝ ਕਹਿਣਾ ਚਾਹ ਰਹੇ? मैं कि बहुत अच्छे सब पहना मैंने बहुत अच्छियां लग रही एक दिन आके मिलांगी ਤੁਹਾਨੂੰ ਆਮੀਨ ਆਮੀਨ ਪਾਵਾਂਗੀ ਆਮੀਨ ਥੈਂਕ ਯੂ ਅਸੀਂ ਵੀ ਚਾਹੁੰਦੇ ਹਾਂ ਜਲਦ ਤੁਹਾਨੂੰ ਮਿਲੀਏ ਔਰ ਜਿਵੇਂ ਖੁਦਾ ਦਾ ਸਮੇਂ ਆਏਗਾ ਅਸੀਂ ਵਿਸ਼ਵਾਸ ਕਰਦੇ ਹਾਂ ਅਸੀਂ ਮਿਲਾਂਗੇ ਆਮੀਨ ਚਲੋ ਮੈਂ ਬੰਦ ਕਰਤੀ ਹਾਂ ਯੈਸ ਥੈਂਕ ਯੂ ਜਾਂ ਹੋਰ ਤੁਸੀਂ ਕਰ ਰਹੇ ਹੋ ਹੋਰ ਨਹੀਂ ਹੁਣ ਅਸੀਂ ਫਾਈਨਲ ਫਿਰ ਕਰ ਰਹੇ ਠੀਕ ਹੈ ਥੈਂਕ ਯੂ ਤੁਸੀਂ ਜਾ ਸਕਦੇ ਹੋ ਓਕੇ ਜੀ ਓਕੇ ਥੈਂਕ ਯੂ